ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਾਧ ਸੰਗਤ ਜੀ, ਹਰ ਸਾਲ ਦੀ ਤਰ੍ਹਾਂ ਇਸ ਸਾਲ ਸਤਿਕਾਰਯੋਗ ਸੱਚਖੰਡ ਵਾਸੀ ਬ੍ਰਹਮ ਗਿਆਨੀ ਸੰਤ ਬਾਬਾ ਤਾਰਾ ਸਿੰਘ ਜੀ ਸਰਾਲੀ ਸਾਹਿਬ ਜੀ ਵਾਲਿਆਂ ਦੀ ਸਾਲਾਨਾ ਬਰਸੀ ਦੇ ਤਹਿਤ, ਸਾਲਾਨਾ ਯਾਦ ਦੇ ਤਹਿਤ ਗੁਰਦੁਆਰਾ ਖਾਲਸਾ ਬਾਗ ਵਿਖੇ ਸੰਤ ਬਾਬਾ ਘੋਲਾ ਸਿੰਘ ਜੀ, ਸੰਤ ਬਾਬਾ ਗੁਰਨਾਮ ਸਿੰਘ ਜੀ, ਇਹਨਾਂ ਦੇ ਪਾਸੋਂ ਬਹੁਤ ਹੀ ਵਿਸ਼ਾਲ ਲੈਵਲ 'ਤੇ ਕੀਰਤਨ ਦਰਬਾਰ ਇੱਧਰ ਇੰਦੌਰ ਵਿਖੇ ਸਜਾਇਆ ਜਾਂਦਾ ਹੈ। ਇਹ ਵੀ ਪੂਰਤੀ ਸਤਿਗੁਰੂ ਦੀ ਕਿਰਪਾ ਨਾਲ ਹੋਏਗੀ ਅਤੇ ਬਹੁਤ ਹੀ ਵਿਸ਼ਾਲ ਲੈਵਲ 'ਤੇ ਕੀਰਤਨ ਦਰਬਾਰ ਇੰਦੌਰ ਵਿਖੇ ਸੰਤ ਬਾਬਾ ਘੋਲਾ ਸਿੰਘ ਜੀ, ਸੰਤ ਬਾਬਾ ਗੁਰਨਾਮ ਸਿੰਘ ਜੀ ਇਸੇ ਸਥਾਨ 'ਤੇ ਗੁਰਦੁਆਰਾ ਖਾਲਸਾ ਬਾਗ ਵਿਖੇ ਬਹੁਤ ਹੀ ਵਿਸ਼ਾਲ ਲੈਵਲ 'ਤੇ ਕੀਰਤਨ ਦਰਬਾਰ ਕਰਨਗੇ। ਇਸ ਵਾਰੀ ਜੋ ਦੀਵਾਨ ਲਾਏ ਹਨ, ਜਿਸ ਵਿੱਚ ਸੰਗਤਾਂ ਨੇ ਆ ਕੇ ਬਾਬਾ ਜੀ ਨੂੰ ਬੇਨਤੀ ਕੀਤੀ ਸੀ ਕਿ ਆਪ ਜੀ ਨੇ ਜ਼ਰੂਰ ਕੀਰਤਨ ਦਰਬਾਰ ਜ਼ਰੂਰ ਆਪਾਂ ਸੰਤ ਬਾਬਾ ਤਾਰਾ ਸਿੰਘ ਸਾਹਿਬ ਜੀ ਦੀ ਯਾਦ ਜ਼ਰੂਰ ਮਨਾਉਣੀ ਹੈ ਅਤੇ ਭਲੇ 2 ਹੀ ਦੀਵਾਨ ਰੱਖੇ ਜਾਣ, ਤੋਂ ਇਸ ਕਰਕੇ ਇਸ ਵਾਰੀ 2 ਦੀਵਾਨ ਰੱਖੇ ਗਏ ਹਨ। ਅਤੇ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੋਂ ਇੰਦੌਰ ਵਿਖੇ ਪੁੱਜੇ ਹਨ, ਜਿਨ੍ਹਾਂ ਦਾ ਸੰਤ ਬਾਬਾ ਘੋਲਾ ਸਿੰਘ ਜੀ ਦੇ ਨਾਲ ਅਥਾਹ ਪ੍ਰੇਮ ਪਿਆਰ ਹੈ ਅਤੇ ਉਹ ਪਰਿਵਾਰ ਦੇ ਹੀ ਸਦੱਸਯ ਹਨ। ਸੋ ਬੇਨਤੀ ਤੇ ਸੱਦੇ ਤੇ ਇੰਦੌਰ ਵਿਖੇ ਪੁੱਜੇ ਹਨ। ਉਹਨਾਂ ਨੂੰ ਜੀ ਆਇਆਂ ਨੂੰ, ਜੀ ਆਇਆਂ ਨੂੰ, ਕਲਗੀਧਰ ਦੇ ਜਾਇਆਂ ਨੂੰ ਜੀ ਆਇਆਂ ਨੂੰ। ਹੁਣ 1 ਘੰਟੇ ਲਈ ਅਤੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਮੰਜੀ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲੇ ਗੁਰਮਤਿ ਵਿਚਾਰਾ ਸੰਗਤਾਂ ਨੂੰ ਪੇਸ਼ ਕਰਨਗੇ। ਸੋ ਜਕਾਰੇ ਰਾਹੀਂ ਆਪਾਂ ਕਥਾ ਦੀ ਆਰੰਭਤਾ ਕਰੀਏ ਜੀ। ਸਾਰੀ ਸੰਗਤ ਜਕਾਰੇ ਦਾ ਜਵਾਬ ਦੇਣ ਦੀ ਕਿਰਪਾਲਤਾ ਕਰੋ ਜੀ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਨਾਨਕ ਅੰਗਦ ਗੁਰੂ ਅੰਮ੍ਰਿਤਦਾਸ ਪਾਦ ਬੰਦ ਰਾਮਦਾਸ ਅਰਜੁਨ ਗੁਰੂ ਬਰ ਸ੍ਰੀ ਹਰਿ ਗੋਬਿੰਦ ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨਰਾਗ ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਰਾਗੀ ਸਿੰਘਾਂ ਨੇ ਸਤਿਗੁਰੂ ਪਾਤਸ਼ਾਹ ਦੀ ਇਲਾਹੀ ਬਾਣੀ ਵਿੱਚੋਂ ਇੱਕ ਸ਼ਬਦ ਦਾ ਕੀਰਤਨ ਕੀਤਾ ਹੈ। ਅਬ ਕਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ ਆਨ ਰੂਤ ਨਾਹੀ ਨਾਹੀ ਮਤ ਭਰਮ ਭੂਲੋ ਭੂਲੋ। ਮੈਂ ਇਸ ਪੰਕਤੀ ਦੀ ਤੁਹਾਡੇ ਨਾਲ ਸਾਂਝ ਪਾਉਣੀ ਹੈ।
कि कलयुग है कि ते कलयुग तो बचिया किवें जा सकदा है। कलयुग दीयां निशानियां की ने ते कलयुग तो किवें बचिया जा सकदा है। सतगुरु पातशाह मेरे सिर ते हथ रखण तां कि इस पंक्ति की सांझ तुहाडे नाल पा के ते मैं अपना ते तुहाडा जीवन सफला कर सकां। ये कलयुग इन्ना प्रबल है, जदों असीं सतगुरु ग्रंथ सच्चे पातशाह की बाणी पढ़ते हैं, पहला 3 बाणियां आउंदियां ने जपजी साहब, रहरास रास ते कीर्तन सोहला। इन्हां 3 बाणियां तो बाद मुड़ के राग आरंभ हुंदे ने ते सारियां तो पहला राग है श्री राग। ते ये कलयुग इन्ना खतरनाक है, इन्ना जरूरी इहदे बारे जानकारी लैनी। मेरे पातशाह ने सब तो पहला एक कलयुग के संबंध में शब्द उचारिया भी गुरु के सिखो, कलयुग का समा बड़ा प्रबल है, ਇਹਦੇ ਤੋਂ ਬਚਣ ਦਾ ਉਪਰਾਲਾ ਕਰੋ ਤੇ ਬਚਿਆ ਕਿਵੇਂ ਜਾ ਸਕਦਾ ਹੈ। ਇਹ 2 ਪੱਖ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਇੱਥੇ ਬਿਆਨ ਕੀਤੇ ਹਨ। ਇਹਨੂੰ ਮੈਂ ਸਾਦੀ ਜੀ ਬੋਲੀ 'ਚ ਪਹਿਲਾਂ ਭੂਮਿਕਾ ਬੰਨਾ। ਅਸੀਂ ਗੁਰੂ ਕੀ ਬਾਣੀ ਵਿੱਚ ਇੱਕ ਪੰਕਤੀ ਪੜ੍ਹਦੇ ਹਾਂ, ਰੋਗ ਦਾਰੂ ਦੋਵੇਂ ਬੁਝੇ ਸੋ ਚਤਰ ਸਿਆਣ। ਆਪਾਂ ਆਮ ਕਰਕੇ ਦਵਾਈ ਲੈਂਦੇ ਹਾਂ ਮੈਡੀਕਲ ਸਟੋਰ ਤੋਂ, ਤੇ ਡਾਕਟਰ ਕੋਲ ਚੈੱਕ ਕਰਾਉਣੇ ਤੋਂ ਕਹਿੰਦਾ ਵੀ ਸਰਦਾਰ ਜੀ 500 ਰੁਪਇਆ ਚੈੱਕ ਕਰਨ ਦੀ ਫੀਸ। ਤੇ ਮੈਡੀਕਲ ਸਟੋਰ ਵਾਲੇ ਭਰਾਵਾਂ ਕੋਲ ਗਏ ਤੇ ਉਹ ਕਹਿੰਦਾ ਸਰਦਾਰ ਜੀ 35 ਰੁਪਈਆਂ ਦੀ ਦਵਾਈ। ਅਸੀਂ ਮਨ ਵਿੱਚ ਸ਼ੰਕਾ ਪੈਦਾ ਕਰਦੇ ਹਾਂ ਵੀ ਵੇਖੋ ਹੈਰਾਨੀ ਦੀ ਗੱਲ, ਡਾਕਟਰ ਨੇ ਦਿੱਤਾ ਕੱਖ ਨਹੀਂ, ਇਵੇਂ ਨਬੀ ਤੇ ਹੱਥ ਰੱਖਿਆ ਤੇ 500 ਰੁਪਈਆ ਉਹਨੇ ਲੈ ਲਿਆ। ਇਹਨਾਂ ਨੇ ਦਵਾਈ ਦਿੱਤੀ ਤੇ ਨਾ 35 ਲੈ ਲਏ। ਸਾਡਾ ਦਿਮਾਗ ਉਲਝਦਾ ਹੈ। ਪਰ ਗੁਰਮੁਖੋ, ਦਵਾਈ ਨੇ ਉਹਨਾਂ ਚਿਰ ਕੰਮ ਨਹੀਂ ਕਰਨਾ ਜਿੰਨਾ ਚਿਰ ਰੋਗ ਦਾ ਪਤਾ ਨਾ ਲੱਗਾ। ਡਾਕਟਰ ਦੀ ਫੀਸ ਇਸ ਕਰਕੇ ਜਾ ਦਈਏ ਕਿ ਉਹਨੂੰ ਰੋਗ ਦਾ ਪਤਾ ਹੈ, ਉਹਨੇ ਪਰਚੀ ਕੱਟੀ, ਅਸੀਂ ਦਵਾਈ ਖਾ ਲਈ ਤੇ ਅਸੀਂ ਠੀਕ ਹੋ ਗਏ। ਇਸ ਕਰਕੇ ਪਹਿਲੇ ਸ਼ਬਦ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਨਾਲੇ ਬਿਮਾਰੀ ਦਾ ਜ਼ਿਕਰ ਕੀਤਾ ਤੇ ਨਾਲੇ ਦਵਾਈ ਦਾ ਜ਼ਿਕਰ ਕੀਤਾ। ਕਲਯੁਗ ਦਾ ਰੂਪ ਰੰਗ ਕੀ ਹੈ? ਤੁਸੀਂ ਕਿਤੇ ਗੁਰੂ ਨਾਨਕ ਪ੍ਰਕਾਸ਼ ਤੇ ਜਨਮ ਸਾਖੀ ਦਾ ਮੁਤਾਲਿਆ ਕਰੋ। ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਨਾਨਕ ਪਾਤਸ਼ਾਹ ਇੱਕ ਇਲਾਕੇ ਵਿੱਚ ਗਏ, ਹਨੇਰੀ ਆਈ, ਗੜੇ ਪਏ, ਬੜੀਆਂ ਭਿਆਨਕ ਆਵਾਜ਼ਾਂ ਨੇ। ਉੱਥੇ ਜਨਮ ਸਾਖੀ ਦਾ ਕਰਤਾ ਲਿਖਦਾ ਕਿ ਮਰਦਾਨਾ ਕਹਿਣ ਲੱਗਾ, ਬਾਬਾ ਚੰਗਾ ਫਸਾਇਆ ਹੀ, ਗੌਰ ਤੇ ਕਫਣੋਂ ਵੀ ਰਹਿ। ਇਹ ਭਾਈ ਬਾਲੇ ਦੀ ਜਨਮ ਸਾਖੀ ਦੇ ਬੋਲ ਨੇ। ਬਾਬਾ ਕਿੱਥੇ ਫਸਾਇਆ ਹੀ, ਗੌਰ ਤੇ ਕਫਣੋਂ ਵੀ ਰਹਿ, ਕਿਉਂਕਿ ਇੱਥੇ ਮਾਰੇ ਗਏ ਨਾ ਕਿਸੇ ਨੇ ਦਬਣਾ ਤੇ ਨਾ ਖੱਫਣ ਪਾਉਣਾ। ਗੁਰੂ ਨਾਨਕ ਪਾਤਸ਼ਾਹ ਹੱਸ ਕੇ ਕਹਿਣ ਲੱਗੇ, ਮਰਦਾਨਿਆ ਤੂੰ ਤਾਂ ਮੇਰਾ ਪਿਆਰਾ ਮਿੱਤਰ ਹੈ, ਤੇ ਜੇ ਤੇਰੇ ਤੇ ਕਫਨ ਨਾ ਪਾਇਆ ਤੇ ਸੰਸਾਰ ਦਾ ਪਰਦਾ ਕਿਵੇਂ ਢਕਾਂਗਾ। ਯਾਦ ਰੱਖਿਆ ਜੇ, ਇਸ ਗੱਲ ਤੇ ਕਈ ਵਾਰ ਮੇਰਾ ਭਾਈਚਾਰਾ ਵੀ ਮੇਰੇ ਨਾਲ ਨਾਰਾਜ਼ ਹੋ ਜਾਂਦਾ ਵੀ ਇਹ ਗੱਲ ਤੁਸੀਂ ਕਿਉਂ ਕਹਿੰਦੇ ਹੋ। ਮੇਰੇ ਮਨ ਵਿੱਚ ਭਾਈ ਮਰਦਾਨੇ ਦਾ ਅਤਿਅੰਤ ਸਤਿਕਾਰ ਹੈ। ਉਹਨੇ 52 ਸਾਲ ਕੀਰਤਨ ਕੀਤਾ ਤੇ ਬਾਬੇ ਕੋਲੋਂ ਆਸਾ ਦੀ ਵਾਰ ਦਾ ਖਰਚਾ ਨਹੀਂ ਜੇ ਮੰਗਿਆ। ਅੱਜ ਅਸੀਂ ਕਿੰਨੀਆਂ ਬਾਹਾਂ ਹਿਲਾ ਲਾ ਗੱਲਾਂ ਕਰਦੇ ਹਾਂ, ਪਹਿਲਾਂ ਟੁੱਕ ਕੇ ਆਉਂਦੇ ਹਾਂ ਵੀ ਇੰਨਾ ਚਿਰ ਕਥਾ ਕਰਾਂਗੇ ਤੇ ਇੰਨਾ ਚਿਰ ਕੀਰਤਨ ਕਰਾਂਗੇ, ਇੰਨੀ ਭੇਟਾ ਜੇ ਸੈੱਟ ਹੋ ਗਿਆ ਤੇ ਆਵਾਂਗੇ, ਨਹੀਂ ਤੇ ਨਹੀਂ ਜੀ ਆਉਣਾ। ਧਰਮ ਦੀ ਦੁਨੀਆ ਦੇ ਵਿੱਚ ਪਿਆਰ ਹੈ, ਵਪਾਰ ਨਹੀਂ। ਵਪਾਰ ਲੈਣਾ ਜਾਣਦਾ ਤੇ ਪਿਆਰ ਦੇਣਾ ਜਾਣਦਾ ਹੈ। ਗੁਰੂ ਸਾਡੇ ਤੇ ਕਿਤੇ ਮਿਹਰ ਕਰਦੇ, ਅਸੀਂ ਵਪਾਰ ਤੋਂ ਉੱਪਰ ਉੱਠ ਜਾਈਏ। ਭਾਈ ਮਰਦਾਨੇ ਦਾ ਨਾਂ ਲੈਂਦਿਆਂ ਮੇਰੇ ਇੱਕਦਮ ਭਾਈ ਮਰਦਾਨੇ ਦਾ ਸਾਰਾ ਇਤਿਹਾਸ ਘੁੰਮ ਗਿਆ। ਇੱਕ ਵੇਰਾ ਮਰਦਾਨਾ ਕਹਿਣ ਲੱਗਾ, ਬਾਬਾ ਉਹਦੀ ਕਿੰਨੀ ਦ੍ਰਿਸ਼ਟੀ ਵਿਸ਼ਾਲ ਹੋਵੇਗੀ। ਕਹਿੰਦਾ, ਬਾਬਾ ਹੁਣ ਤੇਰੇ ਤੇ ਮੇਰੇ 'ਚ ਫਰਕ ਕੋਈ ਨਹੀਂ,
सतगुरु पातशाह हस के कहन लगे, मरदानिया किवें? कहन लगा, तू रब दा रबाबी, मैं तेरा रबाबी, ते जे मैनू पुछ के वेखे तो तेरे ते रब विच कोई फर्क नहीं। आ शरधा साडे अंदर चाहिदी है। मरदाना कहंदा, रब बाबा तेरे ते मेरे च कोई फर्क नहीं। गुरु पातशाह हस के कहन लगे, मरदाने हुण की नवीं गल कहन लगा? कहन लगा, बाबा आपां दोवें रबाबी हां, तू रब दा रबाबी है, मैं तेरा रबाबी हां। जे मैनू पुछ के वेखें तो तेरे ते रब विच कोई फर्क नहीं। आपां जे भुलेखा खाधा, आपां जे परेशान, ਉਹਦਾ ਮੇਨ ਕਾਰਨ ਸਾਨੂੰ ਗੁਰੂ ਗ੍ਰੰਥ ਸੱਚੇ ਪਾਤਸ਼ਾਹ 'ਚ ਰੱਬ ਨਹੀਂ ਜੀ ਦੱਸਿਆ। ਜਦੋਂ ਦਿਸ ਪਿਆ ਨਾ, ਪਰੇਸ਼ਾਨੀਆਂ ਖਤਮ ਹੋ ਜਾਣਗੀਆਂ। ਉੱਥੇ ਲਿਖਿਆ ਕਿ ਜਦੋਂ ਆਖਿਆ ਨਾ ਵੀ ਗੌਰ ਤੇ ਕਫਨੋਂ ਰਹਿ, ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਮਰਦਾਨਿਆ ਸੰਸਾਰ ਦਾ ਪਰਦਾ ਕਿਵੇਂ ਢੱਕਾਂਗੇ? ਕਰਤਾਰ ਦਾ ਨਾਂ ਲੈ, ਵਾਹਿਗੁਰੂ ਕਹਿ। ਭਾਈ ਮਰਦਾਨੇ ਨੇ ਵਾਹਿਗੁਰੂ ਆਖਿਆ। ਹਨੇਰੀ ਰੋਕੀ, ਅੱਜ ਵੀ ਗੁਰਮੁਖੋ ਹਨੇਰੀਆਂ ਆਉਂਦੀਆਂ ਨੇ, ਪਰ ਸਾਡੀਆਂ ਤਾਂ ਨਹੀਂ ਰੁਕਦੀਆਂ, ਅਸੀਂ ਵਾਹਿਗੁਰੂ ਨਹੀਂ ਜੇ ਕਹਿੰਦੇ। ਅਸੀਂ ਥਾਂ ਥਾਂ 'ਤੇ ਜਾਂਦੇ ਹਾਂ, ਮੈਂ ਹੈਰਾਨ ਹੁੰਦਾ, ਗਿਆਨੀ ਜੀ ਬੜੇ ਪਰੇਸ਼ਾਨ ਆ, ਕੋਈ ਸ਼ਬਦ ਦੇ ਕੇ ਜਾਓ। ਗਿਆਨੀ ਜੀ ਆਹ ਪਰੇਸ਼ਾਨੀ ਕੋ ਦੱਸ ਕੇ ਜਾਓ। ਉਹ ਗੁਰਮੁਖੋ ਗੁਰੂ ਅਮਰਦਾਸ ਤੋਂ ਵੱਡਾ ਕੋਈ ਵੈਦ ਨਹੀਂ। ਉਹਨਾਂ ਕਲੀਅਰ ਕੱਟ ਆਖਿਆ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਜੇ ਤੈਨੂੰ ਤਨ ਦਾ ਤਾਪ ਹੈ, ਜੇ ਤੈਨੂੰ ਮਨ ਦਾ ਤਾਪ ਹੈ, ਗੁਰੂ ਕੇ ਸਿੱਖਾ ਕਿਤੇ ਸੱਚੀ ਬਾਣੀ ਨੂੰ ਸੁਣ, ਤੇਰੇ तमाम ਰੋਗਾਂ ਦਾ ਇਲਾਜ ਹੋ ਜਾਏਗਾ। ਉਪਰੰਤ ਕਲਯੁਗ ਆਇਆ, ਬੜਾ ਭਿਆਨਕ ਰੂਪ ਉਹਦਾ। ਕਈ ਗੱਲਾਂ ਅਸੀਂ ਖੁੱਲ੍ਹ ਕੇ ਸਟੇਜ 'ਤੇ ਨਹੀਂ ਕਹਿ ਸਕਦੇ, ਪਰ ਲਿਖੀਆਂ ਨੇ। ਬਿਲਕੁਲ ਬੇਪਰਦ, ਮੂੰਹ ਦੇ ਵਿੱਚ ਮਾਸ ਦੀ ਬੋਟੀ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭਲਿਆ ਇਹ ਕੀ ਲਿਬਾਸ ਮੜਾਇਆ ਹੀ? ਕਹਿਣ ਲੱਗਾ, ਜੀ ਮੈਂ ਕਲਯੁਗ ਹਾਂ, ਇਹ ਮੇਰੀਆਂ ਨਿਸ਼ਾਨੀਆਂ ਨੇ। ਕਲਯੁਗ ਦੇ ਲੋਕਾਂ ਨੇ ਮੂੰਹ ਅੱਗੇ ਰੱਖਿਆ ਹੋਵੇਗਾ ਤੇ ਪਰਦ ਹੋਣਗੇ। ਅੱਜ ਸਾਡਾ ਪਰਦਾ ਉੱਡ ਗਿਆ। ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ, ਭਾਈ ਲਾਲੋ ਸ਼ਰਮ ਧਰਮ ਤੋਂ ਛਾਪ ਖਲੋਏ, ਕੂੜ ਫਿਰੇ ਪ੍ਰਧਾਨ ਵੇ ਲਾਲੋ। ਅੱਜ ਸ਼ਰਮ ਵੀ ਉੱਡ ਗਈ, ਅੱਜ ਧਰਮ ਤੋਂ ਵੀ ਅਸੀਂ ਪਾਸੇ ਹੋ ਗਏ। ਗੁਰੂ ਸਾਡੇ ਤੇ ਕਿਤੇ ਮਿਹਰ ਕਰਦੇ। ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਅੱਗੇ ਕਲਯੁਗ ਨੇ ਹੱਥ ਜੋੜੇ। ਕਹਿਣ ਲੱਗਾ, ਜੀ ਮੈਂ ਕਲਯੁਗ ਹਾਂ, ਤੁਸੀਂ ਕਲਯੁਗ ਦੇ ਜੀਆਂ ਦੀ ਕਲਿਆਣ ਕਰਨ ਵਾਸਤੇ ਸੰਸਾਰ ਵਿੱਚ ਆਪਣਾ ਰੂਪ ਧਾਰਿਆ, ਤੇ ਮੇਰੇ ਤੇ ਕਿਰਪਾ ਕਰੋ। ਹਜ਼ੂਰ ਕਹਿੰਦੇ, ਕਿਰਪਾ ਤਾਂ ਕਰਾਂਗੇ, ਪਰ ਕੰਮ ਸੋ ਕੰਮ ਦੱਸ, ਤੇਰੀ ਨਿਸ਼ਾਨੀਆਂ ਕੀ ਨੇ? ਉਹਨਾਂ ਨਿਸ਼ਾਨੀਆਂ ਦਾ ਜ਼ਿਕਰ ਵੀ ਕੀਤਾ ਹੈ, ਉਹਦੇ ਇਲਾਜ ਦਾ ਜ਼ਿਕਰ ਵੀ ਮੇਰੇ ਪਾਤਸ਼ਾਹ ਨੇ ਕੀਤਾ। ਸ੍ਰੀ ਰਾਗ ਮਹੱਲਾ ਪਹਿਲਾ, ਘਰ ਪਹਿਲਾ। ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਏ ਜੜਾਓ। ਕਸਤੂਰ ਕੁੰਗੂ ਅਗਰ ਚੰਦਨ, ਲੀ ਪਾਵੇ ਚਾਓ। ਮਤ ਦੇਖ ਭੂਲਾ ਵਿਸਰੈ, ਤੇਰਾ ਚਿੱਤ ਨਾਵੇ ਲਾਓ। ਅੱਜ ਅਸੀਂ ਕਹਿੰਦੇ, ਗਿਆਨੀ ਜੀ ਮੈਂ ਆਮ ਮੰਜੀ ਸਾਹਿਬ ਤੋਂ ਤਵਾ ਲਾਉਣਾ ਤੇ ਹੱਸ ਪੈਂਦੇ ਕਈ ਲੋਕ। ਗਿਆਨੀ ਜੀ ਮਾੜੇ ਜੇ ਸਾਡੇ ਘਰ ਚਰਨ ਪਾਓ, ਤੇ ਸਾਡਾ ਵਿਚਾਰ ਹੈ ਵੀ ਆਪਾਂ ਜਲ ਪਾਣੀ ਉੱਤੇ ਨਾ ਛਕੀਏ ਚੁਬਾਰੇ ਵਿੱਚ ਆ ਕੇ। ਉਹ ਡਰਾਈਵਰ ਮੈਨੂੰ ਪੱਕਾ ਲਾਟ ਹੈ, ਤੂੰ ਮੇਰੀ ਵੱਲ ਵੇਖੇਗਾ ਤੇ ਹੱਸ ਪਏਗਾ, ਕਿਉਂਕਿ ਅਸੀਂ ਇਕੱਠੇ ਰਹਿੰਦੇ ਹਾਂ। ਮੈਂ ਉਹਨੂੰ ਇਸ਼ਾਰਾ ਕਰਦਾ ਵੀ ਮਿੱਤਰਾ, ਭਾਵੇਂ ਤੀਜੇ ਮੰਜ਼ਿਲ 'ਚ ਲੈ ਜਾ ਤੇ ਭਾਵੇਂ ਸਤਵੇਂ ਚੁਬਾਰੇ 'ਚ ਲੈ ਜਾ, ਸੰਸਕਾਰ ਥੱਲੇ ਹੀ ਹੋਣਾ ਹੀ। ਆਹ ਗੱਲ ਚੇਤੇ ਰੱਖਿਆ ਜੇ। ਆਪਾਂ ਬੜਾ ਮਾਣ ਕਰਦੇ ਹਾਂ ਵੀ ਮੇਰੀ ਇੰਨੀ ਮੰਜ਼ਲੀ ਕੋਠੀ। ਭੁੱਲ ਜਾਂਦੇ ਹਾਂ ਕੋਠੇ ਮੰਡਪ ਮਾੜੀਆਂ, ਉਹ ਸਾਰੇ ਦੇ ਪੀ ਗਏ, ਕੂੜਾ ਸੌਦਾ ਕਰ ਗਏ, ਗੋਰੀ ਆਏ ਪਏ। ਇਹ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਬੋਲੇ। ਕੋਠੇ ਮੰਡਪ
ਮਾੜੀਆਂ ਉਸਾਰੇ ਦੇ ਪੀ ਗਏ, ਕੂੜਾ ਸੌਦਾ ਕਰ ਗਏ। ਗੋਰੀਆਂ ਆਏ ਪਏ ਕੋਠੇ ਮੰਡਪ ਮਾੜੀਆਂ, ਏਤਨ ਲਾਏ ਚਿੱਤ, ਮਿੱਟੀ ਪਈ ਅਤੋਲਮੀ, ਕੋਈ ਨਾ ਉਸੀ ਮਿੱਤ। ਇਹ ਮਕਾਨ ਦਾ ਭਾਰ ਤੋਲਿਆ ਤਾਂ ਨਹੀਂ, ਪਰ ਮਿੱਤਰਾ ਇਹ ਮਿੱਤਰ ਨਹੀਂ। ਗਿਆਨੀ ਜੀ ਤੁਸੀਂ ਬੜੇ ਮੂੰਹ ਪਾਟੇ ਹੋ, ਕਿਤੇ ਸੰਭਲ ਕੇ ਗੱਲ ਕਰਿਆ ਕਰੋ। ਤੁਹਾਡਾ ਵੇ ਆਫ ਟਾਕਿੰਗ ਨਹੀਂ ਠੀਕ। ਇਹ ਕੋਠੀ ਮਾੜੀ ਹੈ ਨਾ ਪਾਈਏ, ਉਹ ਗੁਰਮੁਖਾ ਗੁਰੂ ਕਿਰਪਾ ਕਰੇ ਪਾ, ਪਰ ਇੱਕ ਸਾਖੀ ਚੇਤੇ ਰੱਖੀ, ਮੇਰੀ ਮੇਰੀ ਕੈਰੋਂ ਕਰਤੇ दुर्योधन से भाई, 12 जोजन छत्र चले था, देही गिरद न खाई। सर्ब सोइन की लंका होती, रामन से अधकाई। कहाँ भयो दर बांधे हाथी, खिन में भई भराई। ये बाबे नामदेव का आचार्य होया पावन पवित्र शब्द है। गहरी करके नींव खुदाई, ऊपर मंडप छाए। मार कंडे ते को अधकाई, जिन तृण तर मून बुलाए। हमरो करता राम स्नेही, काहे रे नर गर्भ करत हो। बिन सजाए झूठी देई। ਇਹਦਾ अर्थ ਇਹ ਹੈ, ਆਪਾਂ ਆਮ ਕਰਕੇ ਕਈ ਵਾਰ ਗੁਰਦੁਆਰੇ ਵੀ ਆਉਣੇ ਨੇ ਤੇ ਆਪਾਂ ਨੇ ਵੀ ਛਤਰੀ ਸਿਰ ਤੇ ਤਾਣ ਦਿਓ, ਧੁੱਪ ਨਾ ਪੈ ਜਾਏ। ਇਹ ਗਲਤੀ ਕਦੇ ਸਾਡੇ ਗਿਆਨੀ ਜੈਲ ਸਿੰਘ ਨੇ ਵੀ ਕੀਤੀ ਸੀ। ਗਿਆਨੀ ਸਾਹਿਬ ਨੇ, ਗ੍ਰੰਥੀ, ਗੁਰੂ ਘਰ ਦਾ ਗ੍ਰੰਥੀ ਰਿਹਾ, ਰਾਸ਼ਟਰਪਤੀ ਬਣਿਆ ਤੇ ਉਹਨੂੰ ਧੁੱਪ ਲੱਗਣ ਲੱਗ ਪਈ। ਦਰਬਾਰ ਸਾਹਿਬ ਗਿਆ ਤੇ ਕਹਿੰਦੇ ਛਤਰੀ ਤਾਣ ਕੇ ਅੰਦਰ ਜਾਣਾ ਹੈ। ਨਾਲੇ ਗਿਆਨੀ, ਉਹਨੂੰ ਪੰਕਤੀਆਂ ਭੁੱਲ ਗਈਆਂ। ਜਿਹੜਾ ਦੁਰਯੋਧਨ ਸੀ ਨਾ, ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਈ। 12 जोजन छत्र चले था, देही गिरद न खाई। ਇਹਦੇ ਅਰਥ ਸਾਨੂੰ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਮਹਾਂਪੁਰਸ਼ਾਂ ਨੇ ਪੜ੍ਹਾਏ ਨੇ। ਜਦੋਂ ਦੁਰਯੋਧਨ ਆਪਣੀ ਸੈਨਾ ਦਾ ਨਿਰੀਖਣ ਕਰਦਾ ਸੀ, 72 ਮੀਲ ਤੱਕ ਉਹਦੇ ਤੇ ਛਤਰੀਆਂ ਤਾਣ ਕੇ ਖਲੋਂਦੇ ਸਨ। 12 जोजन ਦਾ 72 ਮੀਲ। ਤੇ ਜਦੋਂ ਮਰੇ, ਇੰਨੇ ਮਰੇ ਵੀ ਉਹਨਾਂ ਦਾ ਸਤਿਕਾਰ ਕਰਨ ਵਾਲਾ ਕੋਈ ਨਹੀਂ। ਗਿਰਜਾਂ ਨੇ ਮਾਸ ਖਾਧਾ। ਲੰਕਾ ਗੜ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਜਦੋਂ ਮੈਂ ਇਹ ਪੰਕਤੀ ਪੜ੍ਹੀ ਨਾ, ਤੇ ਮੈਂ ਆਪਣੇ ਫਿਰ ਉਸਤਾਦ ਸੰਤ ਗਿਆਨੀ ਕਰਤਾਰ ਸਿੰਘ ਦਾ ਮੈਂ ਨਾਂ ਤਾਂ ਲੈ, ਕਿਉਂਕਿ ਮੈਂ ਉਹਨੂੰ ਕੋ ਪੜ੍ਹਿਆ। ਮੈਂ ਉਹਨਾਂ ਨੂੰ ਬੇਨਤੀ ਕੀਤੀ, ਨਾਲੇ ਤੁਸੀਂ ਕਹਿੰਦੇ ਵੀ 4 ਵੇਦਾਂ ਦਾ ਗਿਆਤਾ ਸੀ ਤੇ ਨਾਲੇ ਉਹਨੂੰ ਮੂਰਖ ਲਿਖਿਆ, ਇਹ ਕਿਉਂ? ਉਹ ਕਹਿੰਦੇ ਦਾ ਕਾਰਨ ਇਹ ਹੈ, ਜਦੋਂ ਰਾਵਣ ਦੀ ਮੌਤ ਹੋਈ ਨਾ, ਤੇ ਵੱਖ-ਵੱਖ ਇਲਾਕਿਆਂ ਦੇ ਕੁਝ ਸਮਾਜਿਕ ਰਸਮਾਂ ਨੇ। ਇੱਕ ਹੁੰਦੀਆਂ ਧਾਰਮਿਕ ਤੇ ਇੱਕ ਹੁੰਦੀਆਂ ਨੇ ਸਮਾਜਿਕ। ਧਾਰਮਿਕ ਰਸਮ ਤਾਂ ਇਹ ਵੀ ਕੋਈ ਪੁਰਾਣੀ ਚੜ੍ਹਾਈ ਕਰ ਜੇ ਤੇ ਆਪਾਂ ਉੱਥੇ ਕੀਰਤਨ ਸੁੱਧ ਦਾ ਪਾਠ ਕਰਦੇ ਹਾਂ। ਜਦੋਂ ਆਪਾਂ ਉੱਥੇ ਸ਼ਮਸ਼ਾਨ 'ਤੇ ਲਿਆਉਂਦੇ, ਜਪਜੀ ਸਾਹਿਬ ਦਾ ਪਾਠ ਕਰਦੇ ਹਾਂ। ਤੇ ਸਮਾਜਿਕ ਰਸਮ ਇਹ ਹੈ, ਜਦੋਂ ਬਾਪੂ ਨੂੰ ਫੱਟੇ 'ਤੇ ਪਾ ਕੇ ਘਰੋਂ ਲਿਜਾਂਦੇ ਹਾਂ ਤੇ ਅੱਜ ਤੱਕ ਤਾਂ ਉਹਦੇ ਪੈਰ ਹੁੰਦੇ ਨੇ ਘਰ ਵਾਲੇ ਪਾਸੇ। ਜਦੋਂ ਜਾ ਕੇ ਅੱਧ 'ਚ ਭਾਂਡਾ ਭੰਨਦੇ ਨੇ ਨਾ, ਇਹ ਧਾਰਮਿਕ ਨਹੀਂ, ਸਮਾਜਿਕ ਰਸਮ ਹੈ। ਉਦੋਂ ਮੜੀਆਂ ਵਾਲੇ ਪਾਸੇ ਵੱਲ ਪੈਰ ਕਰਦੇ ਵੀ ਬਾਪੂ ਹੁਣ ਘਰ ਵਾਲਾ ਕੰਮ ਤਾਂ ਨਿਬੜਿਆ, ਤੇ ਹਿੰਮਤ ਕਰ, ਹੌਸਲਾ ਕਰ, ਤੇ ਛਾਲ ਮਾਰ ਕੇ ਮੜੀਆਂ ਨੂੰ ਹੋ ਜਾ। ਅਰਥ ਤਾਂ ਇਹੋ ਬਣੇਗਾ ਨਾ। ਮੈਨੂੰ ਅੱਜ ਤੱਕ ਸਮਝ ਨਹੀਂ ਆਈ ਵੀ ਪਹਿਲਾਂ ਪੈਰ ਘਰ ਵਾਲੇ ਪਾਸੇ ਨੂੰ ਪੈਰ, ਮੁੜ ਕੇ ਮੜੀਆਂ ਵਾਲੇ ਪਾਸੇ ਨੂੰ ਪੈਰ। ਪੈਰ ਮਿੱਤਰਾ ਘਰ ਵਾਲੇ ਪਾਸੇ ਨੂੰ ਕਰ ਤੇ ਮੜੀਆਂ ਵਾਲੇ ਪਾਸੇ ਨੂੰ ਕਰ। ਇਹ ਤੁਰਨ ਜੋਗਾ ਨਹੀਂ, ਨੇ ਫੱਟੇ 'ਤੇ ਜਾਣਾ ਹੀ। ਫਿਰ ਮੜੀਆਂ ਵਿੱਚ ਜਾ ਕੇ ਮਰ ਗਿਆ, ਖੁਸ਼ਕੀ ਨਾਲ ਖੰਘਦਾ ਖੰਘਦਾ, ਤੇ ਘਿਓ ਦਾ ਪੀਪਾ ਵੇਰ ਕੇ ਤਾਂ ਸਾਰਾ ਡੋਲ ਦੇਣਗੇ। ਆਖੇ ਗਿਆਨੀ ਜੀ ਇਹ ਕਿਉਂ? ਮੈਂ ਕਿਹਾ ਬਾਪੂ ਨੇ ਟੂਰਨਾਮੈਂਟ ਵਿੱਚ ਜਾ ਕੇ ਕਬੱਡੀ ਖੇਡਣੀ ਹੈ। ਮਰ ਗਿਆ ਖੁਸ਼ਕੀ ਨਾਲ, ਤੇ ਮਰਿਆਂ ਤੋਂ ਬਾਅਦ ਘਿਓ ਦੇ ਪੀਪੇ ਕਿਸੇ ਕੰਮ ਨਹੀਂ। ਨਾਲ ਕੀ ਜਾਏਗਾ, ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ। ਨਾਲ ਕੀ ਜਾਏਗਾ, ਦੱਦਾ ਦੋਸ ਨਾ ਦੇਊ ਕਿਸੇ। ਦੋਸ ਕਰਮਾਂ ਆਪਣਿਆਂ ਜੋ ਮੈਂ ਕੀਆ,
ਸੋ ਮੈਂ ਪਾਇਆ ਦੋਸ ਨਾ ਦੀਜੇ ਅਵਰ ਜਨਾ। ਜਦੋਂ ਰਾਵਣ ਦੀ ਮੌਤ ਹੋਈ ਤੇ ਸਮਾਜ ਕਰਾਉਂਦੇ ਸੀ ਵੀ ਮੁਰਦੇ ਦੇ ਮੂੰਹ 'ਚ ਇੱਕ ਰੱਤੀ ਤੋਂ ਸੋਨਾ ਪਾਉਂਦੇ ਸਨ, ਇੱਕ ਰੱਤੀ। ਮੌਤ ਹੋ ਗਈ। ਰਾਵਣ ਜੀ ਦੀ ਧਰਮ ਪਤਨੀ ਮਾਤਾ ਮਦੋਦਰੀ ਕਰਕੇ ਉਹਨਾਂ ਦਾ ਨਾਂ ਲਿਖਿਆ। ਰਾਮਚੰਦਰ ਜੀ ਦੇ ਕੋਲ ਗਏ। ਰਾਮਚੰਦਰ ਜੀ ਨੇ ਬੜਾ ਸਨਮਾਨ ਕੀਤਾ ਕਿ ਮਹਾਂਪੁਰਸ਼ਾਂ ਦੀ ਧਰਮ ਪਤਨੀ ਹੈ, ਜੀ ਆਇਆਂ ਕਿਹਾ। ਤੇ ਕਹਿਣ ਲੱਗੇ ਮਾਤਾ ਜੀ ਹੁਕਮ ਕਰੋ। ਕਹਿੰਦੇ ਰਾਮ ਜੀ ਸਾਨੂੰ ਇੱਕ ਰੱਤੀ ਸੋਨਾ ਚਾਹੀਦਾ। ਕੀ ਕਰਨਾ? ਕਹਿੰਦੇ ਮੈਂ ਆਪਣੇ ਪਤੀ ਦੇ ਮੂੰਹ 'ਚ ਪਾਉਣਾ। ਤੇ ਰਾਮ ਜੀ ਕਹਿਣ ਲੱਗੇ ਅੱਗੇ ਵੀ ਲੰਕਾ ਤੁਹਾਡੀ ਤੇ ਹੁਣ ਵੀ ਤੁਹਾਡੀ, ਆਪਣੇ ਦਿਓਰ ਕੋਲੋਂ ਲੈ ਲਓ। ਇੱਥੇ ਫਿਰ ਅਣਖ ਤੇ ਗੈਰਤ ਆ ਗਈ। ਕਹਿਣ ਲੱਗੀ ਪਤੀ ਦੇ ਮੂੰਹ 'ਚ ਸੋਨਾ ਪਾਵਾਂ ਜਾਂ ਨਾ ਪਾਵਾਂ, ਪਰ ਮੈਂ ਸ਼ਰੀਕ ਦੇ ਅੱਗੇ ਹੱਥ ਨਹੀਂ ਅੱਡਣਾ। ਇਸ ਦ੍ਰਿਸ਼ਟਾਂਤ 'ਚੋਂ ਮੈਨੂੰ ਇੱਕ ਪੱਖ ਲੱਭਾ ਹੈ, ਗੁਰੂ ਕੇ ਸਿੱਖਾ ਜੇ ਹੱਥ ਅੱਡਣਾ ਹੈ ਤੇ ਗੁਰੂ ਦੇ ਅੱਗੇ ਅੱਡ, ਜਣੇ ਖਣੇ ਦੇ ਅੱਗੇ ਹੱਥ ਨਾ ਅੱਡ। ਜੇ ਹੱਥ ਅੱਡਣਾ ਹੈ ਨਾ, ਕੇਵਲ ਤੇ ਕੇਵਲ ਗੁਰੂ ਅੱਗੇ ਹੱਥ ਅੱਡ, ਜਣੇ ਖਣੇ ਦੇ ਅੱਗੇ ਹੱਥ ਨਾ ਅੱਡ। ਇਹ ਸਾਨੂੰ ਇਹਦੇ ਚੋਂ ਸਿੱਖਿਆ ਮਿਲਦੀ ਹੈ। ਰੋਹ ਵਿਚਾਰ ਉਹਨੂੰ ਮੂਰਖ ਤਾਂ ਲਿਖਿਆ, ਲੰਕਾ ਗੜ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਜਿਹਦੀ ਸੋਨੇ ਦੀ ਲੰਕਾ ਸੀ, ਉਹਨੂੰ ਮਰਨ ਦੇ ਸਮੇਂ ਇੱਕ ਰੱਤੀ ਸੋਨਾ ਨਸੀਬ ਨਹੀਂ ਹੋਇਆ। ਮੇਰੇ ਪਾਤਸ਼ਾਹ ਨੇ ਕਲਯੁਗ ਦੀ ਪਹਿਲੀ ਪੌੜੀ ਵਿੱਚ ਅਸਾਰ ਚਾੜਿਆ ਹੈ। ਕਹਿੰਦੇ ਮਿੱਤਰਾ, ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ, ਲੀ ਪਾਵੇ ਚਾਓ। ਅੱਗੇ ਗੁਰੂ ਅੱਗੇ ਅਰਦਾਸ ਕਰੀਏ, ਮਤ ਦੇਖ ਭੂਨਾ ਵਿਸਰੈ, ਤੇਰਾ ਚਿੱਤ ਨਾ ਵੇ ਨਾਓ। ਇਹ ਵਾਹਿਗੁਰੂ, ਇਹ ਸੁੰਦਰ ਮਕਾਨ ਵੇਖ ਕੇ ਮੈਂ ਕਿਤੇ ਭੁੱਲ ਨਾ ਜਾਵਾਂ। ਇਹ ਮੇਰੇ ਤੇ ਮਿਹਰ ਕਰੀ, ਤੇਰਾ ਨਾਮ ਮੈਨੂੰ ਭੁੱਲ ਨਾ ਜਾਏ। ਅਗਲੀ ਪੌੜੀ ਹੈ, ਧਰਤੀ ਤਾਂ ਹੀਰੇ ਲਾਲ ਜੜਤੀ, ਪਲਗ ਲਾਲ ਜੜਾਓ, ਮੋਹਣੀ ਮੁਖ ਮਣੀ ਸੋਹੈ, ਕਰੇ ਰੰਗ ਪਸਾਓ। ਮਤ ਦੇਖ ਭੂਲਾਂ ਵਿਸਰੈ, ਤੇਰਾ ਚਿੱਤ ਨਾਵੇ ਲਾਓ। ਇਹਦਾ ਅਰਥ ਕੀ ਹੈ? ਜਿਹੜੀ ਧਰਤੀ ਹੈ ਨਾ, ਆਪਾਂ ਪੱਥਰ ਲਾਉਣੇ ਵਨ ਸੋਨਾ, ਕਹਿੰਦੇ ਧਰਤੀ ਦੇ ਵਿੱਚ ਹੀਰੇ ਤੇ ਲਾਲ ਜੜੇ ਹੋਣ। ਜਦੋਂ ਧਰਤੀ ਵਿੱਚ ਹੀਰਿਆਂ ਤੇ ਲਾਲਾਂ ਦੀ ਗੱਲ ਆਉਂਦੀ ਹੈ ਤੇ ਮੇਰੇ ਸਾਹਮਣੇ ਇੱਕਦਮ ਫਤਿਹਗੜ੍ਹ ਸਾਹਿਬ ਦਾ ਇਤਿਹਾਸ ਚੇਤੇ ਆ ਜਾਂਦਾ ਹੈ। ਸਦਕੇ ਜਾਵਾਂ ਬਾਬਾ ਟੋਡਰ ਮੱਲਾ ਤੇਰੇ ਤੋਂ। ਸਾਹਿਬਜ਼ਾਦੇ ਸ਼ਹੀਦ ਹੋ ਗਏ, ਸਾਹਿਬਜ਼ਾਦਿਆਂ ਦਾ ਸੰਸਕਾਰ ਕਰਨਾ ਤੇ ਟੋਡਰ ਮੱਲ ਨੇ ਸਰਕਾਰ ਨਾਲ ਰਾਬਤਾ ਕਾਇਮ ਕੀਤਾ ਕਿ ਮਾਤਾ ਜੀ ਦੇ ਸਾਹਿਬਜ਼ਾਦਿਆਂ ਦਾ ਸੰਸਕਾਰ ਕਰਨਾ ਹੈ। ਸਰਕਾਰ ਕੋਈ ਵੀ ਹੋਵੇ, ਇਹ ਲਿਹਾਜ਼ ਨਹੀਂ ਜੇ ਕਰਦੀ, ਭਾਵੇਂ ਬਾਬਰ ਦੀ ਹੋਵੇ, ਭਾਵੇਂ ਵਜੀਦੇ ਦੀ ਹੋਵੇ, ਭਾਵੇਂ ਮੋਦੀ ਦੀ ਹੋਵੇ। ਇਹ ਬਾਬਰ ਦੀ ਸਰਕਾਰ ਨੂੰ ਬਾਬੇ ਦਾ ਦਰ ਰੜਕਦਾ ਹੈ। ਇਹ ਰੜਕਦਾ ਕਿਉਂ, ਇਸ ਗੱਲ ਦਾ ਮੇਰੇ ਕੋਲ ਜਵਾਬ ਨਹੀਂ, ਪਰ ਜੋ ਇਤਿਹਾਸ ਦੇ ਪੰਨੇ ਵੇਖੀ ਦੇ ਨਾ, ਬਾਬੇ ਕੇ ਬਾਬਰ ਕਿਆਂ ਨੂੰ ਸੈੱਟ ਨਹੀਂ ਬਹਿੰਦੇ। ਕਾਰਨ ਕੀ ਹੈ? ਜਿਹੜਾ ਬਾਬਰ ਹੈ ਨਾ, ਇਹ ਹਨੇਰਾ ਭਾਲਦਾ ਤੇ ਬਾਬਾ ਦੀਵਾ ਜਗਾਉਂਦਾ ਤੇ ਚੋਰ ਨੂੰ ਦੀਵਾ ਫਿੱਟ ਨਹੀਂ। ਜੇ ਕੋਈ ਤੁਹਾਨੂੰ ਕਹਿੰਦੇ ਨੇ ਵੀ ਆਪਣੀ ਬਣਦੀ ਕਿਉਂ ਨਹੀਂ, ਤੇ ਜੋ ਮੈਂ ਸਮਝਿਆ ਉਹ ਇਹ ਹੈ, ਚੋਰ ਤੇ ਦੀਵਾ ਇਕੱਠੇ ਨਹੀਂ ਰਹਿ ਸਕਦੇ। ਬਾਬੇ ਨਾਨਕ ਕੋਲ ਸੱਚ ਦਾ ਦੀਵਾ ਹੈ, ਸਰਕਾਰਾਂ ਕੋਲ ਝੂਠ ਹੈ, ਹਨੇਰਾ ਹੈ। ਇਸ ਕਰਕੇ ਉਹਨਾਂ ਨੂੰ ਬਾਬੇ ਦਾ ਚਾਨਣ ਚੰਗਾ ਨਹੀਂ ਜੇ ਲੱਗਦਾ। ਆਪਾਂ ਕਹਿੰਦੇ ਕਦੋਂ ਬੰਦਾ ਜਿਉਂਦਾ ਹੋਵੇ ਤੇ ਈਰਖਾ ਕਰੋ, ਪਰ ਪ੍ਰਾਣ ਪੰਖੇਰੂ ਹੋ ਜਾਣ ਤੇ ਪ੍ਰਾਣਾਂ ਦੇ ਪੰਖੇਰੂ ਹੋਣ ਤੋਂ ਲਫ਼ਜ਼ ਮੈਂ ਸਾਹਿਬਜ਼ਾਦਿਆਂ ਲਈ ਵਰਤ ਨਹੀਂ ਸਕਦਾ। ਮੈਂ ਤਾਂ ਇਸ ਗੱਲ ਨੂੰ ਗੋਲ ਕਰਨੇ ਆ। ਜਿਉਂਦਿਆਂ ਦਾ ਸ਼ਰੀਕਾ ਹੋ ਸਕਦਾ, ਪਿਓ ਨਾਲ ਸਰੀਰ ਤਿਆਗਣ ਤੋਂ ਬਾਅਦ ਸ਼ਰੀਕਾ ਨਹੀਂ, ਲੇਕਿਨ ਇੰਨਾ ਸ਼ਰੀਕਾ ਹੈ। ਸਾਹਿਬਜ਼ਾਦੇ ਤੇ ਮਾਤਾ ਜੀ ਸ਼ਹੀਦ ਹੋ ਗਏ, ਸਰਕਾਰ ਕਹਿੰਦੀ ਅਸੀਂ ਥਾਂ ਨਹੀਂ ਦੇਣਾ, ਤੇ ਗੁਰੂ ਕਾ ਸਿੱਖ ਕਹਿੰਦਾ ਸਾਰਾ ਹੈ ਹੀ ਗੁਰੂ ਦਾ।
ਕਹਿਣ ਲੱਗਾ ਜੀ ਕਿਸੇ ਢੰਗ ਨਾਲ ਇਹ ਥਾਂ ਮਿਲ ਸਕਦੀ, ਕਹਿੰਦੇ ਮੋਹਰਾਂ ਵਿਛਾ ਦੇ। ਕਹਿਣ ਲੱਗਾ ਮਨਜ਼ੂਰ ਹੈ ਮੈਨੂੰ। ਇੱਥੇ ਗੱਲ ਹੋਰ ਨੋਟ ਕਰਨੀ, ਉਹ ਕਹਿੰਦਾ ਮੈਨੂੰ ਮੋਹਰਾਂ ਵਿਛਾ ਕਰਕੇ ਵੀ ਮਨਜ਼ੂਰ ਹੈ, ਤੇ ਅਸੀਂ 1,01,000 ਦਾ ਰੁਮਾਲਾ ਚੜਾ ਕੇ ਕਹਿੰਦੇ ਆ ਗਿਆਨੀ ਜੀ ਆ ਮਾੜਾ ਜਿਹਾ ਨਿਗਾਹ ਮਾਰੋ, ਇਹ ਰੁਮਾਲਾ ਦਾਸ ਨੇ ਭੇਟ ਕੀਤਾ। ਇੰਨਾ ਹੰਕਾਰ। ਇਹਦਾ ਮਤਲਬ ਇਹ ਹੈ ਤੂੰ ਇਹ ਸ਼ੋਅ ਕਰਨਾ ਵੀ ਗਿਆਨੀ ਜੀ ਮੈਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਰੁਮਾਲਾ ਭੇਟ ਕੀਤਾ, ਜੇ ਮੈਂ ਨਾ ਪਾਉਂਦਾ ਤੇ ਸ਼ਾਇਦ ਗੁਰੂ ਨੰਗਾ ਹੀ ਰਹਿੰਦਾ। ਅਰਥ ਤਾਂ ਇਹੋ ਹੋਇਆ ਨਾ, ਗੁਰੂ ਕੇ ਸਿੱਖਾਂ ਤੂੰ ਭੁੱਲ ਗਿਆ, ਜਿਸ ਕੀ ਬਸਤ ਤਿਸ ਆਗੇ ਰਾਖੇ, ਪ੍ਰਭ ਕੀ ਆਗਿਆ ਮਾਨੇ ਮਾਥੇ, ਉਸ ਤੇ ਚੌਗਨ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਜਿਹਦੀ ਵਸਤ ਹੈ ਨਾ ਉਹਦੇ ਅੱਗੇ ਰੱਖ। ਇਤਿਹਾਸ ਇੰਨਾ ਨਵੇਰਾ ਵੀ ਪ੍ਰਕਰਨ ਚੋਂ ਪ੍ਰਕਰਨ ਨਿਕਲੀ ਆਉਂਦਾ ਹੈ। ਮੇਰੀਆਂ ਧੀਆਂ ਭੈਣਾਂ, ਜਿਹੜੀ ਮੈਂ ਗੱਲ ਕਹਿਣ ਲੱਗਾ ਵਿਸ਼ੇਸ਼ ਕਰਕੇ ਧਿਆਨ ਨਾਲ ਤੁਸੀਂ ਸੁਣੋ। ਚਮਕੌਰ ਦਾ ਜੰਗ ਹੋਇਆ ਨਾ, ਕਿਤੇ ਪ੍ਰਕਰਨ ਲੱਭਿਆ ਜੀ ਵੀ ਚਮਕੌਰ ਦੇ ਸਿੰਘਾਂ ਦਾ ਸੰਸਕਾਰ ਕਿਹਨੇ ਕੀਤਾ। ਉਹ ਸੰਸਕਾਰ ਕੀਤਾ ਜੀ ਇੱਕ ਬੀਬੀ ਨੇ, ਉਹਦਾ ਨਾਮ ਹੈ ਸ਼ਰਨ ਕੌਰ। ਮੈਨੂੰ ਕਈ ਗੁਰਮੁਖ ਪਿਆਰੇ ਪ੍ਰੇਮੀ ਕਹਿੰਦੇ ਜੇ ਗਿਆਨੀ ਜੀ ਸਾਡੇ ਘਰ ਬੱਚੀ ਆਈ ਤੇ ਉਹਦਾ ਨਾਂ ਰੱਖੋ, ਤੇ ਮੈਂ ਮੈਨੂੰ ਐਡਾ ਨਾਂ ਪਿਆਰਾ ਲੱਗਦਾ, ਮੈਂ ਸ਼ਰਨ ਕੌਰ ਨਾਂ ਰੱਖਦਾ। ਜੇ ਕੋਈ ਮੈਨੂੰ ਕਹੇ ਨਾ ਵੀ ਗਿਆਨੀ ਸਾਡੇ ਬੇਟਾ ਤੁਸੀਂ ਨਾਂ ਰੱਖੋ, ਤੇ ਮੈਨੂੰ ਨਾਂ ਚੰਗਾ ਲੱਗਦਾ ਸ਼ਵੇਕ ਸਿੰਘ ਜਾਂ ਸ਼ਵਾਜ ਸਿੰਘ। ਇਤਿਹਾਸ ਦੇ ਪੰਨਿਆਂ ਚੋਂ ਬੀਬੀ ਸ਼ਰਨ ਕੌਰ ਦਾ ਪਤੀ ਸ਼ਹੀਦ ਹੋ ਗਿਆ ਸਰਦਾਰ ਪ੍ਰੀਤਮ ਸਿੰਘ, ਤੇ ਕਹਿਣ ਲੱਗੀ ਜਿੱਦਣ ਮੇਰਾ ਆਨੰਦ ਕਾਰਜ ਹੋਇਆ ਸੀ ਨਾ, ਉਹ ਦਿਨ ਰਾਗੀ ਸਿੰਘਾਂ ਨੇ ਪੰਕਤੀਆਂ ਪੜ੍ਹੀਆਂ ਸਨ, ਮੇਰੇ ਵੱਲੋਂ ਸਭੇ ਸਾਹ ਕੁੜਾਵੇ ਡੱਠੇ ਤੋ ਪੱਲੇ ਤੈੜੇ ਲਾਗੀ। ਜਦੋਂ ਅਸੀਂ ਪੱਲਾ ਫੜਾਉਂਦੇ ਆ ਨਾ, ਤੇ ਗੁਰੂ ਕੇ ਰਾਗੀ ਸਿੰਘ ਇਹ ਸ਼ਬਦ ਪੜ੍ਹਦੇ ਨੇ, ਸਭੇ ਸਾਹ ਕੁੜਾਵੇ ਡਿੱਠੇ ਤੋ ਪੱਲੇ ਤੈੜੇ ਲਾਗੀ। ਤੇ ਇਹਦੇ ਤੋਂ ਪਹਿਲਾਂ ਪੱਲਾ ਪਕੜਾਉਣ ਤੋਂ ਪਹਿਲਾਂ ਗ੍ਰੰਥੀ ਸਿੰਘ ਬੱਚੀ ਦੇ ਪਿਓ ਨੂੰ ਕਹਿੰਦਾ ਵੀ ਭਾਈ ਸਾਹਿਬ ਬੇਟੀ ਨੂੰ ਪੱਲਾ ਪਕੜਾਓ। ਇਹ ਤਾਂ ਹੋ ਗਈ ਨਾ ਗੁਰਮਤਿ ਦੀ ਗੱਲ। ਹੁਣ ਇੱਕ ਨਵਾਂ ਕੰਮ ਆ ਗਿਆ ਜੇ, ਪੱਲਾ ਪਕੜਾਉਣ ਤੋਂ 15 ਦਿਨ ਪਹਿਲਾਂ ਪੈਲਸ ਵਿੱਚ ਮੁੰਡਾ ਤੇ ਕੁੜੀ ਇੱਕ ਦੂਜੇ ਦੀਆਂ ਉਂਗਲਾਂ ਫੜ ਕੇ ਫੋਟੋਆਂ ਖਿਚਾਉਂਦੇ ਨੇ। ਉਹਦਾ ਇਹਨਾਂ ਨਾਮ ਰੱਖਿਆ ਕਿ ਰਿੰਗ ਸੈਰੇਮਨੀ। ਮੈਨੂੰ ਅੰਗਰੇਜ਼ੀ ਘੱਟ ਆਉਂਦੀ ਤੇ ਮੈਂ ਉਹਦਾ ਪੰਜਾਬੀ 'ਚ ਨਾਂ ਰੱਖਿਆ ਬੇਸ਼ਰਮ ਸੈਰੇਮਨੀ। ਅੰਗਰੇਜ਼ੀ 'ਚ ਘੱਟ ਆਉਂਦੀ, ਫਿਰ ਅਨੁਵਾਦ ਤਾਂ ਕਰਨਾ ਹੋਇਆ ਨਾ। ਨਾ ਅਰਦਾਸ ਹੋਈ, ਨਾ ਪੱਲਾ ਪਕੜਾਇਆ, ਨਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਝੂਰੀ, ਤੇ ਤੂੰ ਆਪਣੀ ਕੁੜੀ ਦੀ ਪੱਲਾ ਬਾਂਹ ਦੂਜੇ ਨੂੰ ਫੜਾਈ ਤੇ ਉਹ ਤੇਰੇ ਨੂੰ ਫੜੇ, ਤੇ ਆਨੰਦ ਕਾਰਜ ਕਾਹਦਾ ਹੋ ਗਿਆ। ਮੈਂ ਜਜ਼ਬਾਤੀ ਤੇ ਗੁੱਸੇ ਨਾਲ ਨਹੀਂ ਬੋਲਦਾ, ਮੇਰੀ ਡਿਊਟੀ ਹੈ। ਸਾਡਾ ਗਹਿਣਾ ਸੀ ਸ਼ਰਮ ਤੇ ਧਰਮ। ਧਰਮ ਹੈ ਪੱਲਾ ਪਕੜਾਉਣਾ, ਲੇਕਿਨ ਉਂਗਲੀ ਫੜ ਕੇ ਕੇਸ ਖਿਲਾਰ ਕੇ ਫੋਟੋਆਂ ਲਾਉਣੀਆਂ, ਇਹ ਬੇਸ਼ਰਮਪੁਣਾ ਕਿੱਥੋਂ ਆ ਗਿਆ। ਮੈਂ ਜਜ਼ਬਾਤੀ ਨਾ ਕਰਾਂ। ਬੀਬੀ ਕਹਿਣ ਲੱਗੀ ਰਾਗੀ ਸਿੰਘਾਂ ਨੇ ਗ੍ਰੰਥੀ ਸਿੰਘਾਂ ਨੇ ਸ਼ਬਦ ਪੜ੍ਹਿਆ ਸੀ, ਸਭੇ ਸਾਹ ਕੁੜਾਵੇ ਡਿੱਠੇ ਤੋ ਪੱਲੇ ਤੈੜੇ ਲਾਗੀ, ਜਿਸ ਪਿਆਰੇ ਸੋਨੇ ਤਿਸ ਆਗੇ ਮਰ ਚਲੀਏ, ਤ੍ਰਿਕ ਜੀਵਨ ਸੰਸਾਰ ਤਾਂ ਕਿ ਪਾਛੇ ਜੀਵਣਾ। ਧਿਆਨ ਦਿਆ ਜੇ ਕਿਹੋ ਜਿਹਾ ਸੀਨ ਹੋਵੇਗਾ। ਪੋਹ ਦਾ ਮਹੀਨਾ ਠੰਡਾਂ ਦਾ, ਬੀਬੀ ਨੇ ਜਰਾਬਾਂ ਨਹੀਂ ਪਾਈਆਂ। ਬੀਬੀ ਨੇ 37 ਸਿੰਘਾਂ ਦੇ ਸਰੀਰ ਨੂੰ ਇਕੱਠਿਆਂ ਕੀਤਾ। ਸ਼ਰਨ ਕੌਰ ਨੇ 37 ਸਿੰਘਾਂ ਦੇ ਸਰੀਰ ਨੂੰ, ਕਿੰਨਾ ਬਾਲਣ ਚਾਹੀਦਾ ਹੈ, ਬਾਲਣ ਇਕੱਠਾ ਕੀਤਾ। ਹੁਣ ਚੰਡਾ ਲਾਉਣਾ ਸਾਧਨ ਨਹੀਂ। ਬੀਬੀ ਸ਼ਰਨ ਕੌਰ ਦੇ ਗਾਤਰੇ ਕਿਰਪਾਨ ਹੈ, ਸ੍ਰੀ ਸਾਹਿਬ ਹੈ। ਮਸਾਲਟੀ ਤੇ ਜਾ ਕੇ ਹਮਲਾ ਕੀਤਾ, ਦਾ ਗੁੱਟ ਵੱਢ ਕੇ ਤੇ ਉਹਦੇ ਕੋਲ ਮਸਾਲ ਖੋਲੀ। ਕਿੰਨੀ ਦਲੇਰ ਹੋਵੇਗੀ। ਦਲੇਰੀ ਦਾ ਕਾਰਨ ਉਸ ਬੀਬੀ ਦੇ ਅੰਮ੍ਰਿਤ ਗੁਰੂ ਅੰਦਰ ਗੁਰੂ ਗੋਬਿੰਦ ਸਿੰਘ ਦੀ ਕਲਾ ਵਰਦੀ, ਉਹਨੇ ਗੁਰੂ ਕਾ ਅੰਮ੍ਰਿਤ ਪਾਨ ਕੀਤਾ ਬੱਚੀ ਨੇ। ਮਸਾਲ ਲੈ ਕੇ ਅੱਗੇ ਦੌੜ ਪਈ, ਆਣ ਕੇ ਚੰਡਾ ਲਾਇਆ, ਕੀਰਤਨ ਸੁਣ ਦਾ ਪਾਠ ਕੀਤਾ। ਤੁਰਕਾਂ ਨੂੰ ਪਤਾ ਲੱਗਾ ਤੇ ਕਹਿਣ ਲੱਗੇ ਇਹ ਕੋਈ ਸਿੱਖ ਬੀਬੀ ਹੈ।
ਪਹਿਲਾਂ ਪਤਾ ਤਾਂ ਨਹੀਂ ਚੱਲਿਆ ਕਿ ਬੀਬੀ ਨੇ ਆਪਣੇ ਕੱਪੜੇ ਹੋਰ ਤਰ੍ਹਾਂ ਦੇ ਕੀਤੇ ਨੇ, ਮਿੱਟੀ ਪਾਈ ਤਾਂ ਕਿ ਕਹਿਣ ਕਿ ਉਹ ਕਮਲੀ ਹੈ, ਪਾਗਲ ਹੈ। ਜਦੋਂ ਉਹਨਾਂ ਦੁਸ਼ਟਾਂ ਨੇ ਬੀਬੀ ਨੂੰ ਬਾਹਾਂ ਤੋਂ ਫੜਿਆ, ਗੁੱਟਾਂ ਤੋਂ ਫੜ ਕੇ ਚਿਖਾਵੇ ਸੁੱਟਿਆ ਨਾ, ਤੇ ਬੀਬੀ ਨੇ ਚੀਕ ਨਹੀਂ ਮਾਰੀ, ਹਾਏ ਨਹੀਂ ਆਖੀ। ਇਹ ਆਖਿਆ ਸੀ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ। ਇਹ ਬੀਬੀ ਸ਼ਰਨ ਕੌਰ ਨੇ ਪੰਕਤੀ ਪੜ੍ਹੀ ਸੀ। ਇਹ ਬਿਲਕੁਲ ਇਹਦੇ ਪੈਰਲਲ ਘਟਨਾ। ਸਰਕਾਰ ਨੇ ਆਖਿਆ, ਮੋਹਰਾਂ ਵਿਛਾ ਕੇ ਤੇ ਕਹਿਣ ਲੱਗਾ ਮਨਜ਼ੂਰ ਹੈ। ਸਰਕਾਰ ਬਦਲੀ, ਕਿਉਂਕਿ ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ ਜ਼ਮਾਨ ਕਰਕੇ। ਕਹਿਣ ਲੱਗੇ ਮੋਹਰਾਂ ਖੜੀਆਂ ਕਰ। ਆਪਾਂ ਕਈ ਵਾਰ ਇਹ ਗੱਲ ਕਰਦੇ ਵੀ ਭਾਈ ਸਾਹਿਬ ਇੱਥੇ ਜ਼ਮੀਨ ਬੜੀ ਮਹਿੰਗੀ ਹੈ, ਇੱਥੇ ਇੰਨੇ ਰੁਪਈਏ ਗਾਜ ਹੈ। ਅੱਜ ਤੱਕ ਦੁਨੀਆ ਵਿੱਚ ਇੰਨੀ ਜ਼ਮੀਨ ਮਹਿੰਗੀ ਨਹੀਂ ਜਿੰਨੀ ਫਤਿਹਗੜ੍ਹ ਸਰਹੰਦ ਦੀ ਜ਼ਮੀਨ ਮਹਿੰਗੀ ਜੇ। ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਜ਼ਮੀਨ ਲਈ 4.5 ਫੁੱਟ ਚੌੜੀ, 6.5 ਫੁੱਟ ਲੰਮੀ, ਤੇ ਹੁਣ ਇਸ਼ਨਾਨ ਕਰਾਉਣ ਵਾਲਾ ਕੋਈ ਨਹੀਂ। ਅਸੀਂ ਸੁਣਦੇ ਤੇ ਪੜ੍ਹਦੇ ਹਾਂ, ਵੇਲੇ ਸੁੱਖਾਂ ਦੇ ਦੁਨੀਆ ਟੁਕ ਟੁਕ ਨੇੜੇ ਬਹਿੰਦੀ, ਪਰਖੇ ਜਾਣ ਸੱਜਣ ਉਸ ਵੇਲੇ, ਜਦ ਬਾਜੀ ਪੁੱਠੀ ਪੈਂਦੀ। ਮੇਰਾ ਸੁਭਾਅ ਖੁਸ਼ਾਮਦੀ ਨਹੀਂ, ਗੁਰੂ ਕਿਰਪਾ ਕਰਕੇ ਸ਼ਾਮ ਤੋਂ ਬਚਾਵੇ। ਉਹ ਭਾਈ ਅਮਰੀਕ ਸਿੰਘ ਸੰਤ ਬਾਬਾ ਕਰਤਾਰ ਸਿੰਘ ਦਾ ਸੁਪੁੱਤਰ, ਜਿਹੜਾ ਅਕਾਲ ਤਖਤ ਤੇ ਗੁਰੂ ਅਰਜਨ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਸ਼ਹੀਦ ਹੋਇਆ ਨਾ, ਉਹਦੀ ਧਰਮ ਪਤਨੀ ਦੀ ਕੁੱਖ ਵਿੱਚ ਬੱਚਾ ਹੈ। ਉਸ ਬੀਬੀ ਨੂੰ ਘਰ ਨਹੀਂ ਵੜਨ ਦਿੰਦਾ। ਕਹਿਣ ਲੱਗੇ ਜੇ ਸਾਡੇ ਘਰ ਆ ਗਏ ਤਾਂ ਸਾਡੇ ਜੀ ਮਰਵਾਉਣੇ ਹੀ। ਉਸ ਭਾਈ ਅਮਰੀਕ ਸਿੰਘ ਦੀ ਧਰਮ ਪਤਨੀ ਬੀਬੀ ਹਰਮੀਤ ਕੌਰ ਨੂੰ ਆ ਜਿਹੜੇ ਗੁਰਮੁਖ ਪਿਆਰੇ ਬਾਬਾ ਘੋਲਾ ਸਿੰਘ ਬੈਠੇ ਨੇ, ਇਹਨਾਂ ਆਖਿਆ ਧੀਏ ਭੈਣਾ ਬਾਕੀਆਂ ਦੀ ਮਰਜ਼ੀ, ਪਰ ਭਰਾ ਭੈਣ ਨੂੰ ਕਿਵੇਂ ਛੱਡੇ, ਅਸੀਂ ਤੇਰੀ ਸੇਵਾ ਵਿੱਚ ਹਾਜ਼ਰ ਹਾਂ। ਜਦੋਂ ਭਾਈ ਅਮਰੀਕ ਸਿੰਘ ਦੇ ਘਰ ਬੱਚਾ ਹੋਇਆ ਨਾ, ਉਹ ਬੀਬੀ ਇਹਨਾਂ ਦੇ ਕੋਲ ਸੀ। ਮੇਰੇ ਕਹਿਣ ਤੋਂ ਭਾਵ ਮੈਂ ਕੁਸ਼ਾਮਦ ਨਹੀਂ ਕਰ ਰਿਹਾ, ਸੁੱਖਾਂ ਦੇ ਮੌਕੇ ਦੁਨੀਆ ਬਦਲ, ਦੁੱਖਾਂ ਦੇ ਮੌਕੇ ਦੁਨੀਆ ਬਦਲ ਜਾਂਦੀ ਹੈ। ਸਾਡੇ ਕੁਈਸ਼ਰ ਭਾ ਬੋਲਦੇ ਹੁੰਦੇ ਨੇ, ਵੇਲੇ ਸੁੱਖਾਂ ਦੇ ਦੁਨੀਆ ਟੁਕ ਟੁਕ ਨੇੜੇ ਬਹਿੰਦੀ, ਪਰਖੇ ਜਾਣ ਸੱਜਣ ਉਸ ਵੇਲੇ, ਜਦ ਬਾਜੀ ਪੁੱਠੀ ਪੈਂਦੀ। ਅੱਜ ਕਲਗੀਧਰ ਬਾਪੂ ਜਿਹਦਾ ਨਾਂ ਲੈ ਕੇ ਲੋਕ ਤੇ ਪ੍ਰਲੋਕ ਸੌਰਦਾ, ਅੱਜ ਕਲਗੀਧਰ ਬਾਪੂ ਦੀ ਮਾਂ ਦਾ ਇਸ਼ਨਾਨ ਕਰਾਉਣ ਨੂੰ ਕੋਈ ਤਿਆਰ ਨਹੀਂ, ਕੋਈ ਮੋਢਾ ਦੇਣ ਨੂੰ ਤਿਆਰ ਨਹੀਂ। ਕੌਣ ਤਿਆਰ ਹੈ? ਮੋਤੀ ਮਹਿਰਾ, ਗਰੀਬ। ਤਾਈਓਂ ਤਾਂ ਬਾਬੇ ਨਾਨਕ ਨੇ ਆਖਿਆ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ। ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ੀਸ। ਜਿੱਥੇ ਨੀਵੇਂ ਰਹਿੰਦੇ ਨੇ ਨਾ, ਤੂੰ ਉਹਨਾਂ ਤੇ ਰਹਿਮਤ ਕਰਦਾ। ਮੋਤੀ ਮਹਿਰਾ ਕਹਿਣ ਲੱਗਾ, ਟੋਡਰ ਮੱਲਾ ਹਾਂ ਤਾਂ ਮੰਮੀ ਗਰੀਬ, ਮੇਰੇ ਕੋਲ ਮਾਇਆ ਨਹੀਂ, ਮੇਰੇ ਕੋਲ ਧਨ ਨਹੀਂ, ਪਰ ਤਨ ਤਾਂ ਹੈ। ਆਪਾਂ ਪੜ੍ਹਦੇ ਹਾਂ, ਤਨ ਮਨ ਧਨ ਸਭ ਸੌਭ ਗੁਰ ਕੋ, ਹੁਕਮ ਮੰਨਿਆ ਪਾਈਏ। ਉਹ ਮੋਤੀ ਮਹਿਰਾ ਜਿਹੜਾ ਚੋਰੀ ਜਾ ਕੇ ਮਾਤਾ ਦੇ ਸਾਹਿਬਜ਼ਾਦੇ ਨੂੰ ਦੁੱਧ ਪਿਆਉਂਦਾ ਹੈ, ਕਹਿਣ ਲੱਗਾ ਹੁਣ ਦੁੱਧ ਪੀਣ ਵਾਲੀ ਤਾਂ ਮੇਰੀ ਮਾਂ ਨਹੀਂ ਨਾ ਰਹੀ, ਪਰ ਮੇਰਾ ਧਨ ਤਾਂ ਹੈ ਟੋਡਰ ਮੱਲਾ, ਤੇਰੇ ਕੋਲ ਧਨ ਹੈ ਭਰਾਵਾ, ਤੂੰ ਤਗੜਾ ਹੈ, ਮੇਰੀ ਵੀ ਮਾੜੀ ਜੀ ਸੇਵਾ ਲੈ। ਟੋਡਰ ਮੱਲ ਨੇ ਆਪਣਾ ਭਰਾ ਲਿਆ, ਮੋਤੀ ਮਹਿਰੇ ਨੂੰ ਨਾਲ ਲਿਆ। ਮਾਤਾ ਦਾ ਇਸ਼ਨਾਨ ਕਰਾਉਣਾ, ਨਾਲ ਬੀਬੀਆਂ ਨਹੀਂ ਮਿਲਦੀਆਂ। ਚੇਤੇ ਕਰੋ ਇਤਿਹਾਸ ਨੂੰ। ਜਿਸ ਕਲਗੀਧਰ ਪਾਤਸ਼ਾਹ ਦਾ ਨਾਂ ਲਿਆ, ਲੋਕ ਤੇ ਪ੍ਰਲੋਕ ਸੌਰਦਾ, ਉਸ ਕਲਗੀਧਰ ਬਾਪੂ ਦੀ ਮਾਂ ਦਾ ਇਸ਼ਨਾਨ ਕਰਾਉਣ ਵਾਸਤੇ 4 ਬੀਬੀਆਂ ਨਹੀਂ ਮਿਲੀਆਂ। ਟੋਡਰ ਮੱਲ ਦੀ ਧਰਮ ਪਤਨੀ, ਟੋਡਰ ਮੱਲ ਦਾ ਭਰਾ, ਟੋਡਰ ਮੱਲ ਦੀ ਭਰਜਾਈ ਤੇ ਮੋਤੀ ਮਹਿਰੇ ਦੇ ਪਰਿਵਾਰ ਨੇ ਵਿੱਚ ਹਿੱਸਾ ਲਿਆ। ਇਹ ਦਰਦਨਾਕ ਸੀਨ ਮੇਰੇ ਸਾਹਮਣੇ ਕੁਦਰਤੀ ਤੌਰ ਤੇ ਆ ਗਿਆ। ਇਹ ਵਿਸ਼ਾ ਨਹੀਂ ਸੀ,
ਟੋਡਰ ਮੱਲ ਨੇ ਬੇਨਤੀ ਕੀਤੀ, ਮਾਂ ਅਸੀਂ ਤੁਹਾਨੂੰ ਫੱਟੇ ਤੇ ਲਿਜਾਣਾ ਤੇ ਤਿੰਨਾਂ ਨੂੰ ਫੱਟੇ ਤੇ ਚੁੱਕਣਾ ਔਖਾ ਹੈ। ਜਦੋਂ ਅਸੀਂ ਪ੍ਰਾਣਾਂ ਦੀ ਗਿਣਤੀ ਪੜ੍ਹਦੇ ਹਾਂ ਨਾ, ਪ੍ਰਾਣਾਂ ਦੀ, ਆਪਾਂ ਕਹਿੰਦੇ ਫਲਾਣੇ ਦੇ ਪ੍ਰਾਣ ਨਿਕਲ ਗਏ। ਮੈਂ ਵਿਧਾਨ ਸ਼ਾਸਤਰ ਪੜ੍ਹਿਆ ਆਪਣੇ ਚਾਚਾ ਜੀ ਕੋਲੋਂ, 10 ਤਰ੍ਹਾਂ ਦੇ ਪ੍ਰਾਣ ਹੁੰਦੇ ਨੇ ਆਪਣੇ ਸਾਰਿਆਂ ਦੇ ਅੰਦਰ। 10 ਪ੍ਰਾਣਾਂ ਦੀ 10 ਕਿਸਮਾਂ ਨੇ। ਪ੍ਰਾਣ, ਸਮਾਨ, ਉਦਿਆਨ, ਬਿਆਨ। ਇਸੇ ਤਰ੍ਹਾਂ ਕ੍ਰਿੰਕਲ, ਧਨੰਜੇ, ਇਹ ਵੱਖ-ਵੱਖ ਸਵਾਸਾਂ ਦੇ ਨਾਂ ਨੇ। ਜਦੋਂ ਮੰਦੇ ਦੀ ਮੌਤ ਹੁੰਦੀ ਤੇ ਉਹਦੇ ਅੰਦਰ ਇੱਕ ਹਵਾ ਪ੍ਰਵੇਸ਼ ਕਰਦੀ, ਜਿਹਨੂੰ ਧਨੰਜੇ ਕਹਿੰਦੇ, ਉਹ ਮੁਰਦਾ ਭਾਰਾ ਹੋ ਜਾਂਦਾ ਹੈ। ਮੁਰਦਾ ਭਾਰਾ ਹੋ ਜਾਂਦਾ, ਉਹਨੂੰ ਕਹਿੰਦੇ ਧਨੰਜੇ ਹਵਾ। ਕਹਿਣ ਲੱਗੇ, ਮਾਤਾ ਜੀ ਫੱਟਾ ਹੈ ਕਿ ਤਿੰਨਾਂ ਤੋਂ ਚੁੱਕਿਆ ਨਹੀਂ ਜਾਣਾ, ਪਰ ਮਾਂ ਤੇਰਾ ਹੌਸਲਾ ਬੜਾ ਹੈ। ਜਦੋਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸੀਸ ਲੈ ਕੇ ਆ ਨਾ ਭਾਈ ਜੀਤਾ ਜੀ, ਤੇ ਮਾਤਾ ਗੁਜਰ ਕੌਰ, ਜਿੱਥੇ ਸਥਾਨ ਬਣਿਆ ਤੁਸੀਂ ਸ਼ਹੀਦਗੰਜ ਗੁਰਦੁਆਰਾ ਕੇਸਗੜ੍ਹ ਸਾਹਿਬ ਦੇ ਲਾਗੇ, ਮਾਤਾ ਗੁਜਰੀ ਜੀ ਗਏ ਨੇ ਤੇ ਹੱਥ ਜੋੜ ਕੇ ਆਖਿਆ ਸੀ, ਮੇਰੇ ਸਿਰ ਦਿਆ ਸਾਈਆਂ ਤੇਰੀ ਨਿਭ ਗਈ, ਮੇਰੀ ਨਿਭ ਜਾ, ਮੈਂ ਤੇਰੇ ਕੋਲ ਮੰਗਦੀ ਹਾਂ। ਇਹ ਮੰਗ ਮਾਤਾ ਗੁਜਰ ਕੌਰ ਨੇ, ਅਜੇ ਗੁਜਰ ਕੌਰ ਨਹੀਂ ਬਣੀ, ਉਦੋਂ ਗੁਜਰੀ ਸੀ। ਮੇਰੇ ਸਿਰ ਦੇ ਸਾਈਆਂ ਤੇਰੀ ਨਿਭ ਗਈ, ਮੈਂ ਤੇਰੀ ਅਰਦੰਗੀ ਹਾਂ, ਮੇਰੇ ਤੇ ਕਿਰਪਾ ਕਰੀ ਕਿਤੇ ਮੇਰੀ ਨਿਭ ਜਾਏ। ਹੋਇਆ ਕਿ ਟੋਡਰ ਮੱਲ ਨੇ ਆਖਿਆ, ਮਾਂ ਤੇਰਾ ਹੌਸਲਾ ਬੜਾ ਹੈ, ਮੈਂ ਪਹਿਲਾਂ ਬਾਬਾ ਜੋਰਾਵਰ ਸਿੰਘ ਨੂੰ ਛੱਡਣਾ ਵਾਂ, ਇਹ ਵੱਡਾ ਜੂ ਹੋਇਆ ਤੇ ਫਤਿਹ ਸਿੰਘ ਛੋਟਾ ਹੈ, ਇਹਨੂੰ ਬਾਅਦ ਵਿੱਚ ਲੈ ਜਾਵਾਂਗੇ। ਮੁੜ ਕੇ ਬਾਬਾ ਫਤਿਹ ਸਿੰਘ ਨੂੰ ਲੈ ਕੇ ਗਏ। ਮਾਤਾ ਜੀ ਦੀ ਵਾਰੀ ਆਈ। ਚਰਨ ਸਿੰਘ ਸਫਰੀ ਨੇ ਇੱਕ ਬੜਾ ਮਨ ਨੂੰ ਟੁੰਬਣ ਵਾਲੇ ਤੇ ਸ਼ੇਰ ਲਿਖਿਆ ਹੈ, ਕਹਿੰਦਾ, ਮੇਰਾ ਨਾਂ ਗੁਜਰੀ, ਮੇਰੀ ਅਲ ਗੁਜਰੀ, ਇਹੋ ਜਿਹੀ ਕਹਾਣੀ ਤਾਂ ਕਈ ਵੇਰਾਂ, ਘੜੀ ਘੜੀ ਗੁਜਰੀ, ਪਲ ਪਲ ਗੁਜਰੀ, ਲੋਕ ਗੁਜਰੀ ਮੈਨੂੰ ਤਾਂ ਹੀ ਉਹ ਆਖਦੇ ਨੇ, ਜਿਹੜੀ ਪਈ ਸਿਰ ਤੇ ਲਈ ਝੱਲ ਗੁਜਰੀ। ਪਹਿਲਾਂ ਪਤੀ ਦਿੱਤਾ, ਮੁੜ ਪੋਤੇ ਦਿੱਤੇ, ਹੁਣ ਮੌਤ ਮੈਨੂੰ ਕਹਿੰਦੀ ਚੱਲ ਗੁਜਰੀ। ਇਹ ਮੈਂ ਗੱਲ ਵਿੱਚੋਂ ਮੈਂ ਗੱਲ ਟੈਚ ਤਾਂ ਕੀਤੀ ਹੈ, ਗੁਰੂ ਬਾਬੇ ਦੀ ਆਪਾਂ ਪੌੜੀ ਪੜ੍ਹੀਏ, ਧਰਤੀ ਤਾਂ ਹੀਰੇ ਲਾਲ ਜੜਤੀ, ਪਲਕ ਲਾਲ ਜੜਾਓ, ਮੋਹਣੀ ਮੁਖ ਮਣੀ ਸੋ ਹੈ, ਕਰੇ ਰੰਗ ਪਸਾਓ, ਮਤ ਦੇਖ ਭੂਨਾ ਵਿਸਰੈ, ਤੇਰਾ ਚਿਤ ਨਾਵੇ ਨਾਓ। ਹੇ ਵਾਹਿਗੁਰੂ, ਮੇਰੇ ਤੇ ਮਿਹਰ ਕਰੀ, ਮੈਨੂੰ ਤੇਰਾ ਨਾਂ ਨਾ ਭੁੱਲੇ। ਧਰਤੀ ਤਾਂ ਹੀਰੇ ਲਾਲ ਜੜਤੀ, ਪਲਕ ਲਾਲ ਜੜਾਓ, ਜਿਹੜੇ ਪਲੰਗ ਤੇ ਮੈਂ ਪਾਵਾਂ ਉਹਨਾਂ 'ਚ ਲਾਲ ਜੜੇ ਹੋਣ। ਇੱਥੇ ਪਲੰਗਾਂ ਤੋਂ ਗੱਲ ਫਿਰ ਚੇਤੇ ਆ ਗਈ। ਮਨ ਨੂੰ ਬੜਾ ਦੁੱਖ ਹੁੰਦਾ ਹੈ ਜਦੋਂ ਵਿਆਹ ਸ਼ਾਦੀ ਹੁੰਦੀ ਹੈ ਨਾ, ਤੇ ਸਾਡੇ ਪੰਜਾਬੀ 'ਚ ਲਫ਼ਜ਼ ਹੈ ਪਲੰਗ ਪੀੜਾ। ਪਤਾ ਨਹੀਂ ਤੁਹਾਡੇ ਇੱਥੇ ਰਿਵਾਜ ਹੈ ਕਿ ਨਹੀਂ, ਪਰ ਆਪਣੇ ਪੰਜਾਬੀ ਕਲਚਰ ਹੈ। ਪਲੰਗ ਪੀੜਾ ਕਾਹਦਾ? ਵੀ ਅਸੀਂ ਕੁੜੀ ਵਿਆਹੁਣੀ ਹੈ ਤੇ ਕੁੜੀ ਨੂੰ ਮੰਜਾ ਘਰੋਂ ਦੇਣਾ ਹੈ। ਜਿਹੜੇ ਸਾਡੀ ਧੀ ਨੂੰ ਮੰਜਾ ਨਹੀਂ ਦੇ ਸਕਦੇ, ਉਹੋ ਜਿਹੇ ਦੁਸ਼ਟਾਂ ਨੂੰ ਧੀ ਕਾਹਦੇ ਲਈ ਦੇਣੀ ਹੈ? ਨਾਲੇ ਧੀ ਦੇਈਏ, ਨਾਲੇ ਮੰਜਾ ਦੇਈਏ। ਇਹ ਸਾਡਾ ਸਮਾਜ ਵੇਖੋ, ਹੁਣ ਡਬਲ ਬੈੱਡ ਹੋ ਗਿਆ ਵੀ ਪ੍ਰਾਹੁਣਿਆਂ ਤੁਹਾਡੇ ਘਰੋਂ ਮੰਜੇ ਮੁੱਕ ਗਏ ਨੇ, ਹੁਣ 2 ਮੰਜੇ ਤਾਂ ਦਿੱਤੇ, ਇੱਕ ਤੇਰੇ ਲਈ ਤੇ ਇੱਕ ਕੁੜੀ ਲਈ। ਗੱਲ ਜਿੱਥੇ ਅੱਜ ਮੈਂ ਕਥਾ ਦੇ ਢੰਗ ਨਾਲ ਕਹਿ ਰਿਹਾ, ਸੁਣਨ ਲਈ ਨਹੀਂ ਕਹਿ ਰਿਹਾ। ਮੰਜਾ ਕਿਉਂ ਦਿੱਤਾ ਹੈ? ਸਾਡੀ ਧੀ ਵੀ ਆਰਾਮ ਨਾਲ ਸਵੇਂ, ਸਾਡਾ ਜਵਾਈ ਵੀ ਰਮਾਨ ਨਾਲ ਸਵੇਂ। ਗੁਰੂ ਕੇ ਸਿੱਖਾ ਮਨੁੱਖਾ ਜੀਵਨ ਸੌਣ ਲਈ ਨਹੀਂ ਮਿਲਿਆ, ਇਹ ਮਨੁੱਖਾ ਜੀਵਨ ਜਾਗਣ ਲਈ ਮਿਲਿਆ। ਕਬੀਰ ਸੂਤਾ ਕਿਆ ਕਰੇ, ਉੱਠ ਕੇ ਨਾ ਜਪੇ ਮੁਰਾਰ, ਇੱਕ ਦਿਨ ਸੋਮਨ ਹੋਏਗੋ ਲਾਂਬੇ ਗੁਣ ਪਸਾਰ। ਕਬੀਰ ਸੂਤਾ ਕਿਆ ਕਰੇ, ਬੈਠਾ ਰਹੋ ਅਰ ਜਾਗ, ਜਾ ਕੇ ਸੰਗ ਤੇ ਬਿਸ਼ਰਾ, ਤਾਈ ਕੇ ਸੰਗ ਲਾਗ। ਜਿਹਦੇ ਨਾਲ ਟੁੱਟਾ ਨਾ, ਉਹਦੇ ਨਾਲ ਜੁੜਨ ਦਾ ਯਤਨ ਕਰ। ਮੇਰੇ 'ਚੋਂ ਮੈਂ ਬੇਨਤੀ ਇਹ ਕਰਾਂਗਾ, ਸੌਣ ਦਾ ਪ੍ਰਬੰਧ ਨਾ ਕਰਿਆ ਕਰੋ। ਜਦੋਂ ਧੀਆਂ ਨੂੰ ਦੇਣੇ ਉਦੋਂ ਗੁੜਕਾ ਦਿਆ ਕਰੋ, ਧੀਏ ਪਾਣੀ ਪੜੀ ਤਾਂ ਕਿ ਜਾਗ ਪਾਓ। ਮਤ ਦੇਖ ਭੂਲਾ ਵਿਸਰੈ,
तेरा चित ना आवे नाओ, पलंग नाल नाम भुल जाएगा, सौ जाएगा, गुड़के नाल जाग पाएगा, तेरे ते कलयुग दा पहरा नहीं रहेगा। अगे आ गई तीजी पौड़ी, ये बाबियां दा तवा है। विग्यानी साडे बाबे जिहड़े ने अखे तूड़ी तार देंदे ने ते पत्थर डोब देंदे ने। मैं कहा बड़ी तगड़ी करामात है। तूड़ी तो साडे पिंड भी तरदी, पत्थर ने डुबना है, करामात किहड़ी है? मेरे कहण तो भाव दसम पातशाह दे बोल ने, नाटक चेटक किए कुकाजा, प्रभ लोगन के आप तलाजा। ये नाटक ते चेटक रग दे प्यारे ये काम करदियां शर्म महसूस करते हैं। इन्हां करामातां ते यकीन ना करी। सिद्धा ने पुछया सी धन गुरु नानक पातशाह नूं, तुहाडे कोल करामात किहड़ी है? भाई गुरदास दीआं वारां दा मुतालिया करो। मेरे पातशाह कहंदे गुरबाणी संगत बिना दूजी ओट नहीं है राई। गुरबाणी ते गुरु की संगत तो बिना असीं दूजे दी ओट ही नहीं रखते। बाजों सच्चे नाम थे, होर करामात असां थे नाही। वैगुरू दे नाम तो बिना असीं बाकी दीआं करामातां विच विश्वास ही नहीं करते। ते हुण तां आपां इन्ने गरक गए हाँ। पिछले कमरे दवाखा बनाया तो कहते ज्ञानी जी जगह बनाई है पीर की। मैं कहा लख लानत भी तेन गुड़का न लभा। ज्ञानी जी की करिए, ये पीर तंग बड़ा करता है। ये तंग किन्हां करता है? जेड़े ऐदे तो बेमुख ने। मेरा ख्याल है तुसीं पंजाब तो दूर तुहाडे किसी के घर जगह नहीं होनी, पर जे किसी नूं पीर तंग करता ना तो मेरी चवानी फीस नहीं, मैं कथा करके सीधा तुहाडे नाल जावांगा। पर मेरा ये ना भी तुसीं FIR लिखा दो मेरे ते भी साडे पीर की जगह ढहा गया तो वेख्या जे धुआं दा किवें कढ़दा है। परमेश्वर ते भुलिया व्यापन सभे रोग। मैं ना जज्बाती करने ना मैं टाइम पास कर रहा। मैं गुरु का सिख हाँ ते गुरु मेरा कहंदा जागत जोत जपे निसबासर, एक बिना न नायक न मन नायक न आने, पूर्ण प्रेम प्रतीत सजे ब्रत, गोर मड़ी मट भूल न माने। ना मड़ी नूं मन, ना मटी नूं मन, ना बरत नूं मन्नी। ते बीबियां ने कहना ना औंतरा बाबा साडे दाले होण लगा ही। औंतरा बाबा वेखो तखलस क्यों? बीबियां वर्त रखदियां ने, कहंदियां ने 3 पा फैणियां। वेखो वर्त 3 पा पैणियां देसी घ्यो दियां, सवेरे अमृत वेले छकना ते दोपहर के टाइम ते थालियां वटाउणियां। ते मैनूं कहने वाला अडगंती ना भाई जगतार सिंह मेरा शिगिरद कहंदे ज्ञानी जी इहदा मतलब की है? मैं आख्या वो कहंदी मैं झूठ बनाया। वो कहंदी मैं भी बनाया ही। 3 पा फैणियां मैनूं देसी घ्यो दियां सवेरे खवा दिया जे, शाम तक कथा कर जे बेवाज पाड़ की ते मैनूं घेर लिया जे। ये किहो जिहा वर्त है? देसी घ्यो दियां 3 पा फैणियां अजे वर्त। ये वर्त ना रखिया करो। वर्त केड़ा है? कन्नां दे नाल किसे दी निंदिया ना सुण। जिहड़ा वर्त रखना सी उन्हें रखिया सी। कोई कहंदा मैं बताऊं नहीं खाने, कोई कहंदा मैं लसन नहीं खाना। ना ना वर्त रख। इन्हां अखां दे नाल किसे नूं मैड़ा ना तक। वर्त रख जबान दे नाल किसे नूं बुरा ना बोल। वर्त रख इन्हां कन्नां दे नाल किसे दी निंदिया ना सुण। क्योंकि गुरु बाबा कहंदा निंदा भली किसे की नाही, मनमुख मुग्ध करन, मूँह काले ते निंदकां नरके घोर पवन। वर्त रख इन्हां पैरां दे नाल माड़े पासे ना जा। वर्त रख जिहड़ा आपां कड़ा पाउने आ ना, ये कलगीधर पातशाह दा कड़ा सानू संकेत करदा गुरु के सिखा पर तन पर धन पर दारा नर पर हरी तां के निकट बसे नर हरी। जे गुरु गोबिंद सिंह दा कड़ा पाया पराए तन ते पराए धन तो गुरेज कर। ये वर्त रखिया करिए। मैला वेखना नहीं, माड़ा सुनना नहीं, माड़ा बोलना नहीं। ये वर्त रखिए क्योंकि गुरु अमरदास पातशाह कहते ये रसना तू अनरस राज रही, तेरी प्यास ना जाए। प्यास ना जाए होरत किते, जिचर हर रस पल्ले ना पाए। तीजी पौड़ी है सिद्ध होवां
सिद्ध लाई रिद आखां आओ, गुप्त प्रगट होए बैसां लोक राखे भाओ। अपने आप में रिद्धियां सिद्धियां का वेरवा पढ़ते हैं ना, एक सिद्धि का नाम अणमा सिद्धि, एक का नाम है लगमा सिद्धि, एक का नाम है गर्मा सिद्धि। ये उन्होंने वेरवा बड़ा लंबा चौड़ा है। अणमा तो भाव होंदा कि अपने आप को बिल्कुल सूखम बना लेना, और गुरुदेव ने बटाले सिद्धां दे नाल उन्होंने झंड किया सी इस सिद्धि की वरतों करके। गर्मा तो भाव होंदा अपने आप को भारा कर लेना। इहो जिहियां सतियां शक्तियां भी आ जाना ते गुरु अगे अरदास कर, मेरे बालका मैनू तेरा नां ना भुले। आपां नूं माड़ी जी ताकत मिल जी तो रब भुल जाता है। एक कलयुग का मैं बेनती की भी साडे ते कलयुग किवें वरतदा है, उहदे कोलों असीं बचा किवें करना है। चौथी पौड़ी है सुल्तान होवां मेल लश्कर, तख्त राखां पाओ, हुक्म हासिल करी बैठा, नानका सब आओ, मत देख भूलां विसरै, तेरा चित नावे लाओ। ਇਹਦਾ मतलब ये है मैं बादशाह होवां सुल्तान होवां, लोकी मैथों डरन, मेरे को सैना होवे सुल्तान होवां मेल लश्कर, तख्त राखां पाओ तख्त ते पैर रखां, हुक्म हासिल करी बैठा। हुक्म चलदा है ते बाबे नानक ने आख्या जो हुक्म चलदा ना ते मित्रा हुक्म ये जिवें हवा दा बुला है। आपां बाबे फरीद दा एक श्लोक पढ़ते हैं, फरीदा शेख हयाती जग ना कोई थिर रहा, जिस आसन हम बैठे केते बैस गया। जेड़े आसन ते आपां बैठे हैं ना, साडे तो पहला कई बह गए। मैं एक बड़ा सादा जिहा दृष्टांत आ, ये निक्का जिहा समागम है, प्रबंधकां नाल राय करके तुसीं जिन्ने आपां भैण भरा है साडे नां लिख लो सारियां दे। ये 22 सन है, 23 नूं इसे दिन सारियां दे नावां दा वेरवा लिया जे। अपने चों कईयां ने अगले साल नहीं होना, साल तो एक ही है ना। सारियां दा नां लिख लो, नोट कर लो। आउंदे साल नूं इस तरीक नूं समागम कराउणा, अपने चों कईयां नहीं होना ते कई नवे आउणगे। ये हवा दा बुला है। इस करके मेरे पातशाह कहंदे ने, इवें मान ना करी बादशाही दा, मित्रा हवा दे बुले की तरह उड़ जाना है। ते मंग की मत देख भूला विसरै, तेरा चित नावे लाओ। वैगुरू मेरे ते कृपा करी, ये तेरा नाम ना भुले। यदी प्रोटैक्शन की है, किवें बचा जा सकता है। असी शब्द पढ़ते सानू बहुतियां नूं कंठ है, बिलावल महला पंजवा, ताती वार लगई पार ब्रह्म सरनाई, चौगिरद हमारे रामकार, दुख लगे ना भाई, सतगुर पूरा भेटिया। इस पंक्ति नूं चिथो। भाव ये नहीं अधूरा गुरु धारण करना है, गुरु पूरा होना चाहिए। काचे गुर ते मुक्त ना हुआ, गुर पूरा जिन सिमरिया सेई पै निहाल। कच्चे गुरुआं ने बेड़ा बन्ने नहीं लाउणा। एक उदाहरण दियां ते टाइम समाप्त हो गया। गुरमुख प्यारे रागी सिंह आ गए ने। आपां धन गुरु तेग बहादुर पातशाह महाराज का 400 साला प्रकाश दिहाड़ा मना रहे हैं। गुरु के सिख ने पूरे गुरु अगे अरदास की। मक्खन शाल बाणे ने कि महाराज कृपा कर, बेड़ा बनने लग जाए। बेड़ा बनने लगा, उन्होंने गुरु भुला नहीं। अपना तो काम हो जाए ना। एक निजी का शब्द बड़ा प्रचलित है, तो मैनू ना बड़ी एलर्जी है, प्लीज सॉरी। अगले की झंड करदा तो आखांगे प्लीज सॉरी। ये ना क्या करो। सौर का भाव होंदा भी मैं भुल गया, गलती है, पर सेहत ते असर नहीं।
ਮੱਖਣ ਸ਼ਾਹ ਨੇ ਇਹ ਨਹੀਂ ਆਖਿਆ ਪਲੀਜ਼ ਸੌਰੀ ਕਹਿਣ ਲੱਗਾ, ਪਹਿਲਾਂ ਗੁਰੂ ਨੇ ਬੇੜਾ ਬੰਨੇ ਲਾਇਆ ਤੇ ਗੁਰੂ ਦਾ ਧੰਨਵਾਦ ਕਰੀਏ। ਉਹ ਘਰ ਨਹੀਂ ਜੇ ਗਿਆ, ਆਪਣਾ ਤਾਂ ਕੰਮ ਨਿਕਲਿਆ ਤੇ ਨੈਣ ਨੰਗੀ ਖਵਾਜਾ ਵਿਸਰਿਆ। 2100 ਦੀ ਪਰ ਦੇਖ ਕਰਾਵਾਂਗੇ। ਉਦੋਂ ਜੋ ਬੱਚੇ ਦਾ ਰਿਜ਼ਲਟ ਆ ਗਿਆ, ਪਹਿਲਾਂ ਨਹੀਂ ਕਰਾਉਣੀ, ਜੇ ਬੱਚਾ ਫੇਲ ਹੋ ਗਿਆ ਤਾਂ ਅਸੀਂ 2100 ਰੁਪਇਆ ਗਾਉਣਾ। ਇਹਨੇ ਚਲਾਕ ਆ ਆਪਾਂ, ਗੁਰੂ ਤੇ ਇਤਬਾਰ ਨਹੀਂ ਵੀ ਜੇ ਰਿਜ਼ਲਟ ਆ ਗਿਆ ਵੇਖਾਂਗੇ ਵੀ ਕਾਕਾ ਪਾਸ ਹੈ ਤੇ ਦੇਖ ਕਰਾਵਾਂਗੇ, ਨਹੀਂ ਤੇ ਤੂੰ ਆਪਣੇ ਘਰ ਤੇ ਆਪਣੇ ਘਰ ਆਉਂਦੇ ਸਾਲ ਨੂੰ ਤੈਨੂੰ ਫੇਰ ਪਰਚਾ ਪਾ ਦਿਆਂਗੇ। ਹੁਣ ਪੇਪਰ ਗੁਰੂ ਦੇਵੇ, ਜੇ ਅਸੀਂ ਸਰਟੀਫਿਕੇਟ ਲੈਣਾ ਤੇ ਪੇਪਰ ਸੈਨੂੰ ਦੇਣੇ ਪੈਣਗੇ। ਮੱਖਣ ਸ਼ਾਹ ਲਵਾਣਾ ਘਰ ਨਹੀਂ ਗਿਆ, ਅੱਜ ਉਹਦੇ ਪੈਸਿਆਂ ਨੂੰ ਮਲਟੀਪਲਾਈ ਕਰੀਏ ਤੇ ਕਰੋੜਾਂ ਅਰਬਾਂ ਬਣਨਗੇ। ਗੁਰੂ ਕਾ ਸਿੱਖ ਪੂਰੇ ਗੁਰੂ ਕੋਲ ਆਇਆ, ਬਾਬੇ ਬਕਾਲੇ ਸਾਹਿਬ। ਇਹਦਾ ਪਹਿਲਾ ਨਾਮ ਬਕਾਲਾ ਤੇ 8ਵੇਂ ਪਾਤਸ਼ਾਹ ਦੇ ਇਹਦਾ ਨਾਮ ਰੱਖਿਆ ਬਾਬਾ ਬਕਾਲਾ। ਜੇ ਆਪਾਂ ਨੂੰ ਪੁੱਛੇ ਵੀ ਬਾਬਾ ਬਕਾਲਾ ਕਿਉਂ ਕਹਿੰਦੇ ਨੇ, ਕਿਉਂ ਲਫ਼ਜ਼ ਬੜਿਆ, ਤੇ ਜਦੋਂ 8ਵੇਂ ਪਾਤਸ਼ਾਹ ਨੇ ਗੱਦੀ ਦਿੱਤੀ, ਉਹਨਾਂ ਕਿਹਾ ਸੀ ਬਾਬਾ ਬੱਸੇ ਬੀਚ ਬਕਾਲੇ ਬਨ ਗੁਰੂ ਸੰਗਤ ਆਪ ਸੰਭਾਲੇ। ਜਦੋਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਅਵਤਾਰ ਹੋਇਆ ਸੀ, ਉਦੋਂ ਗੁਰੂ ਅਰਜਨ ਸੱਚੇ ਪਾਤਸ਼ਾਹ ਮਹਾਰਾਜ ਨੇ ਮਹਿਲਾਂ ਵਿੱਚ ਜਾ ਕੇ ਸਿਰ ਝੁਕਾਇਆ ਸੀ ਤੇ ਬਾਬਾ ਬਿਧੀ ਚੰਦ ਨੇ ਆਖਿਆ ਸੀ ਵੀ ਮਹਾਰਾਜ ਤੁਹਾਡੇ ਘਰ ਸਭ ਜ਼ਿਆਦਾ ਆਇਆ, ਪਹਿਲਾਂ ਵਿਚਾਰ ਨੇ ਸਿਰ ਕਿਉਂ ਝੁਕਾਇਆ? ਕਹਿੰਦੇ ਪੁੱਤਰਾ ਇਹਨੇ ਦੀਨ ਦੁਨੀਆ ਦਾ ਭਾਰ ਚੁੱਕਣਾ ਹੀ। ਇਹ ਉਦੋਂ ਦੀ ਗੱਲ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਅਵਤਾਰ ਹੋਇਆ। ਜਦੋਂ 7ਵੇਂ ਪਾਤਸ਼ਾਹ ਨੂੰ ਗੁਰਤਾ ਗੱਦੀ ਮਿਲ ਗਈ ਨਾ, ਤੇ ਮਾਤਾ ਨਾਨਕੀ ਨੇ ਗੁਰੂ ਅਰਜਨ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ, ਸਵਾਮੀ ਜੀ ਤੁਸੀਂ ਕਿਹਾ ਸੀ ਵੀ ਇਹ ਮਾਂ ਬਲੀ ਹੋਵੇਗਾ, ਸੰਸਾਰ ਦਾ ਭਾਰ ਚੁੱਕੇਗਾ, ਗੱਦੀ ਤੁਸੀਂ ਪੋਤੇ ਨੂੰ ਦੇ ਦਿੱਤੀ ਹੈ। ਤੇ ਗੁਰੂ ਅਰਜਨ ਸੱਚੇ ਪਾਤਸ਼ਾਹ ਕਹਿਣ ਲੱਗੇ ਨਾਨਕੀ ਲਾਗੇ ਹੋ, ਪਾਤਸ਼ਾਹ ਨੇ ਪ੍ਰਸ਼ਾਦਾ ਛਕਿਆ, ਜਿਹੜਾ 100 ਦਾ ਮਿੱਤਰ, ਜਿਹੜਾ 500 ਦਾ ਗੁਰਮੁਖ ਪਿਆਰਾ। ਸਰਟੀਫਿਕੇਟ ਲੈਣਾ ਤਾਂ ਛੇਤੀ ਲੈ ਲਿਆ ਕਰੋ। ਇਹ ਗੱਲ ਨਹੀਂ, ਪਰਮਾਤਮਾ ਦਾ ਨਾਮ ਲੈਂਦੇ ਸਾਨੂੰ ਆਪਣੇ ਆਪ ਦੀ ਹੋਸ਼ ਨਾ ਵੇ, ਕੇਵਲ ਤੇ ਕੇਵਲ ਗੁਰੂ ਦਿਸੇ। ਸਾਡੇ ਤੇ ਇਹ ਗੁਰੂ ਕਿਰਪਾ ਕਰੇ, ਸਾਨੂੰ ਗੁਰੂ ਦਿਸੇ। ਜਦੋਂ ਗੁਰੂ ਦਿਸੇਗਾ ਨਾ, ਇਹ ਪਦਾਰਥ ਮਗਰ ਮਗਰ ਆਉਣਗੇ। ਮੈਂ ਜਜ਼ਬਾਤੀ ਨਹੀਂ ਕਰ ਰਿਹਾ, ਗੁਰੂ ਕੀ ਬਾਣੀ ਦੀਆਂ ਪੰਕਤੀਆਂ ਨੇ, ਬ੍ਰਹਮ ਬਿੰਦੇ ਤਿਸਦਾ ਬ੍ਰਹਮ ਮਤ ਰਹੇ, ਏਕ ਸ਼ਬਦ ਲਿਵ ਲਾਏ, ਨਵ ਨਿਧੀ ਅਠਾਰੇ ਸਿੱਧੀ, ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੇ ਸਦਾ ਵਸਾਏ। ਤੇ ਰਿੱਧੀਆਂ ਸਿੱਧੀਆਂ ਮਗਰ ਆਉਣਗੀਆਂ ਕਦੋਂ? ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿਧ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ। ਇਹ ਨੇ ਗੁਰੂ ਅਰਜਨ ਸੱਚੇ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦੇ ਨਾਲ ਦੇ ਮੋਢੇ ਤੇ ਹੱਥ ਰੱਖ ਕੇ ਕਹਿਣ ਲੱਗਾ ਮੈਨੂੰ ਜਾਪਦਾ ਕੰਮ ਬਣ ਗਿਆ ਹੀ। ਅੰਦਰ ਗਿਆ, ਬਾਹਰ ਵਾਲੇ ਨੂੰ 2-2 ਮੋਹਰਾਂ, ਅੰਦਰ ਵਾਲੇ ਦੇ ਅੱਗੇ ਰੱਖੀਆਂ 5 ਮੋਹਰਾਂ। ਤੇ ਸੱਚੇ ਗੁਰੂ ਨੇ ਚੋਲਾ ਮੋਢੇ ਤੋਂ ਪਾਸੇ ਕਰਕੇ ਆਖਿਆ ਮੱਖਣਾ, ਗੁਰੂ ਨੇ ਪੈਸਿਆਂ ਲਈ ਦੁਕਾਨ ਨਹੀਂ ਪਾਈ। ਅੱਜ ਦੁਕਾਨਾਂ ਬਣੀਆਂ ਨੇ ਥਾਂ ਥਾਂ ਦੁਕਾਨਾਂ। ਜਿਹੜਾ ਗੁਰੂ ਹੈ ਨਾ, ਗੁਰੂ ਕੋਲ ਸੱਚ ਦੀ ਦੁਕਾਨ ਹੈ। ਕਹਿੰਦੇ ਮੱਖਣਾ ਗੁਰੂ ਨੇ ਪੈਸਿਆਂ ਲਈ ਦੁਕਾਨ ਨਹੀਂ ਪਾਈ, ਪਰ ਮਿੱਤਰਾ ਤੇਰੇ ਜਹਾਜ਼ ਦੇ ਕਿੱਲਾਂ ਦਾ ਨਿਸ਼ਾਨ ਅਜੇ ਮੋਢੇ ਦੇ ਉੱਪਰ ਹੈ। ਨਮਸਕਾਰ ਗੁਰਦੇਵ ਨੂੰ ਸਦਕੇ ਜਾਵਾਂ ਗੁਰੂ ਕੇ ਸਿੱਖ ਤੋਂ। ਉਹਨੇ 5 ਨਹੀਂ ਵੇਖੇ, ਉਹਨੇ 2 ਨਹੀਂ ਵੇਖੇ, ਸਾਰੀ ਦੀ ਸਾਰੀ ਮਾਇਆ ਢੇਰੀ ਕਰਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਕਹਿਣ ਲੱਗਾ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਮੱਖਣਾ ਬੁਝਾਰਤਾਂ ਕੀ ਪਾਉਣਾ, ਕੀ ਚਾਹੁੰਦਾ? ਕਹਿੰਦਾ ਮਾਲਕਾ ਉਹ ਬੇੜਾ ਲੋਹੇ ਤੇ ਲੱਕੜ ਦਾ ਸੀ, ਮੋਢਾ ਦੇ ਕੇ ਬੰਨੇ ਲਾ ਦਿੱਤਾ ਈ, ਹੁਣ ਕਿਰਪਾ ਕਰੀ ਸੰਸਾਰ ਦੇ ਬੇੜੇ ਤੋਂ ਬੰਨੇ ਲਾ ਦੀ। ਇਹਦੇ ਚੋਂ ਮੈਂ ਤੁਹਾਨੂੰ ਇਹ ਮੈਸੇਜ ਦੇਣਾ ਚਾਹੁੰਦਾ, ਗੁਰੂ ਕੇ ਸਿੱਖਾ ਪੂਰੇ ਗੁਰੂ ਕੋਲ ਜਾ। ਜਿਹੜਾ ਇੱਥੇ ਵੀ ਮੋਢਾ ਦਿੰਦਾ, ਜਿਹੜਾ ਉੱਥੇ ਮੋਢਾ ਦੇਵੇਗਾ, ਉਸ ਬਾਬੇ ਬਕਾਲੇ ਨੂੰ ਛੱਡ ਕੇ ਹੋਰਨਾਂ ਥਾਵਾਂ ਤੇ ਡੁੱਬਣ ਲਈ ਨਾ ਜਾ। ਔਰ ਇਹ ਬਚੇਗਾ ਕਦੋਂ? ਗੁਰ ਪ੍ਰਸਾਦ ਕਿਰਪਾ ਜੇ ਕਰੇ, ਨਾਨਕ ਸੰਤ ਸੰਗ ਨਿੰਦਕ ਵੀ ਤਰੇ। ਗੁਰ ਪ੍ਰਸਾਦ ਦਾ ਅਰਥ ਹੈ ਗ੍ਰੇਸ ਆਫ ਗੁਰੂ।
ਗੁਰੂ ਦੀ ਕਿਰਪਾ। ਤੇ ਗੁਰੂ ਦੀ ਕਿਰਪਾ ਹੋਵੇਗੀ ਕਦੋਂ? ਜਦੋਂ ਅਸੀਂ ਗੁਰੂ ਦੇ ਸਨਮੁਖ ਹੋ ਕੇ ਅਰਦਾਸ ਬੇਨਤੀ ਕਰਾਂਗੇ, ਪਾਤਸ਼ਾਹ ਰਹਿਓ ਬਰਸਾਉ ਟੋਲ, ਸਾਧ ਬੋ ਤੇਰੇ ਡਿਠੇ, ਸੰਨਿਆਸੀ ਤਪਸੀਏ ਮੁਖੋਂ ਇਹ ਪੰਡਤ ਮਿੱਠੇ, ਬਰਸ ਏਕ ਹੋਂ ਫਿਰਿਓ, ਕਿਨੋਂ ਨੂੰ ਪਰਚੋ ਲਾਇਓ, ਕਹਿਤੇ ਕਹਿਤੀ ਸੁਣੀ, ਰਹਿਤ ਕੋ ਖੁਸ਼ੀ ਨ ਆਇਓ, ਹਰ ਨਾਮ ਛੋੜ ਦੂਜੇ ਲੱਗੇ, ਤਿਨ ਕੇ ਗੁਣ ਹੋ ਕਿਆ ਕਹੂੰ, ਗੁਰ ਦਈਓ ਮਿਲਾਇਓ ਭਿਖਿਆ, ਜਿਮ ਤੂੰ ਰੱਖੇ ਤਿਵੇਂ ਰਹੂੰ। ਇਹ ਗੱਲ ਮੈਂ ਵਿੱਚੋਂ ਤਾਂ ਕਹੀ ਜੇ, ਡੇਰਿਆਂ ਵਿੱਚ ਜਾਂਦੇ ਤੇ ਕਹਿੰਦੇ ਅੰਦਰ ਨਾ ਬੀੜੀ ਪੀਵੀਂ, ਬਾਹਰ ਭਾਵੇਂ 3 ਜੋੜ ਕੇ ਪੀ ਲਾ। ਪਰ ਜਿਹੜੇ ਗੁਰੂ ਦੀ ਅਸੀਂ ਕਿਰਪਾ ਲੈਣੀ ਨਾ, ਉਸ ਗੁਰੂ ਦਾ ਜੀਵਨ ਪ੍ਰੈਕਟੀਕਲੀ ਹੈ, ਜੋ ਸਾਡੇ ਗੁਰੂ ਨੇ ਸਾਨੂੰ ਕਹਿਣ ਲਈ ਕੀਤਾ, ਪਹਿਲਾਂ ਆਪ ਕੀਤਾ, ਸਾਨੂੰ ਕਹਿੰਦਾ ਅੰਮ੍ਰਿਤ ਛਕੋ। ਤੇ ਇਹਦੇ ਤੋਂ ਪਹਿਲਾਂ ਉਹਨੇ ਦਇਆ ਸਿੰਘ ਨੂੰ ਆਖਿਆ, ਦਇਆ ਸਿੰਘਾ ਅੰਮ੍ਰਿਤ ਬਕੀਮਤ ਹੈ, ਮੈਂ ਇਸ ਅੰਮ੍ਰਿਤ ਦੇ ਬਦਲੇ ਆਪਣਾ ਪਰਿਵਾਰ ਵੀ ਦੇ ਦਿਆਂਗਾ। ਆਪਾਂ ਜਿੰਨਾ ਵੀ ਸਿੱਖ ਫਲਸਫਾ ਕੋਈ ਵੀ ਗੁਰਮੁਖ ਪਿਆਰਾ ਭੈਣ ਪ੍ਰਾਪਤ ਹੋ ਸਕਦਾ ਹੈ, ਜੋ ਗੁਰੂ ਪਾਤਸ਼ਾਹ ਨੇ ਸਾਨੂੰ ਕਿਹਾ, ਪਹਿਲਾਂ ਉਹਦੇ ਤੇ ਆਪ ਅਮਲ ਕੀਤਾ ਤੇ ਮੁੜ ਕੇ ਸਾਨੂੰ ਕਰਨ ਦੀ ਪ੍ਰੇਰਨਾ ਦਿੱਤੀ। ਅਵਰ ਉਪਦੇਸੇ ਆਪ ਨਾ ਕਰੇ, ਆਵਤ ਜਾਵਤ ਜਨਮੇ ਮਰੇ, ਐਗਜ਼ਾਮਪਲ ਇਜ ਬੈਟਰ ਦੈਨ ਪਰਸੈਪਟ। ਸਾਡਾ ਗੁਰੂ ਜੋ ਕਰਦਾ ਹੈ ਉਹ ਸਾਨੂੰ ਕਰਨ ਲਈ ਪ੍ਰੇਰਨਾ ਦਿੰਦਾ ਹੈ। ਇਸ ਕਰਕੇ ਗੁਰੂ ਕੇ ਸਿੱਖਾ ਗੁਰੂ ਦੀ ਕਿਰਪਾ ਦਾ ਪਾਤਰ ਬਣ। ਜਿਹੜੇ ਗੁਰੂ ਦੀ ਕਿਰਪਾ ਦੇ ਪਾਤਰ ਬਣੇ ਸੰਤ ਬਾਬਾ ਤਾਰਾ ਸਿੰਘ, ਉਸ ਵਿਸ਼ੇ ਨੂੰ ਮੈਂ ਜਾਣ ਕੇ ਰੱਖ ਲਿਆ, ਸਵੇਰੇ ਆਪਾਂ ਸਾਂਝਾ ਕਰਾਂਗੇ। ਸਤਿਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ, ਰਹਿਮਤਾਂ ਕਰਨ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦਾ ਧੰਨਵਾਦ, ਗੁਰੂ ਕੇ ਸੰਗਤਾਂ ਦਾ ਧੰਨਵਾਦ। ਤੇ ਬਾਬੇ ਭੋਲਾ ਸਿੰਘ ਦਾ ਮੈਂ ਕਰਨਾ ਨਹੀਂ, ਕਿਉਂ ਜੇ ਮੈਂ ਕੀਤਾ ਤੇ ਇਹਨਾਂ ਕਹਿਣਾ ਗਿਆਨੀ ਤੇ ਬਾਬਾ ਰਲੇ ਹੀ। ਇਹ ਬਾਬੇ ਦਾ ਕਰਦਾ ਤੇ ਬਾਬੇ ਨੇ ਦਾ ਕਰਨਾ, ਇਸ ਕਰਕੇ ਮੈਂ ਬਾਬੇ ਨੂੰ ਛੱਡ ਦਿੱਤਾ ਹੈ। ਗੁਰੂ ਕਾ ਧੰਨਵਾਦ ਤੇ ਤੁਹਾਡਾ ਧੰਨਵਾਦ। ਭੁੱਲਾਂ ਚੁੱਕਾਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਮਾਗਮ ਸੱਚਖੰਡ ਵਾਸੀ ਬ੍ਰਹਮ ਗਿਆਨੀ ਸੰਤ ਬਾਬਾ ਤਾਰਾ ਸਿੰਘ ਜੀ ਦੀ ਸਾਲਾਨਾ ਯਾਦ ਨੂੰ ਮੁੱਖ ਰੱਖਦੇ ਹੋਏ ਇੰਦੌਰ ਸ਼ਹਿਰ ਵਿਖੇ ਜੋ ਸਾਲਾਨਾ ਸਮਾਗਮ ਹੁੰਦਾ ਹੈ, ਉਸ ਤਹਿਤ ਇਹ ਦੀਵਾਨ ਸਜਾਏ ਗਏ ਹਨ। ਜਵਾਬ ਦੇਣਾ ਹੈ ਜੀ, ਬੋਲੇ ਸੋ ਨਿਹਾਲ। ਆਲ ਇੰਡੀਆ ਸਿੱਖ ਫੈਡਰੇਸ਼ਨ ਗੁਰਮਤਿ ਚੈਨਲ ਦੇ ਨਾਲ ਜੁੜਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਅਗਰ ਆਪ ਜੀ ਨੇ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਕਰੋ, ਬੈਲ ਆਈਕਨ ਜ਼ਰੂਰ ਦਬਾਓ ਤੇ ਕਮੈਂਟਸ ਕਰਿਆ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।